ਵਾਹਿਗੁਰੂ 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 ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਉਪਦੇਸ਼ ਦੇ ਰਹੇ ਨੇ, ਆਪਣੇ ਮਨ ਨੂੰ ਸਮਝਾਉਂਦੇ ਕਿ ਜਿਹੜਾ ਸਾਡੇ ਮਨ ਦਾ ਸੁੱਖ ਹੈ ਉਹ ਸਾਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਜਦੋਂ ਅਸੀਂ ਸਤ ਸੰਗਤ ਕਰਦੇ। ਸਤ ਸੰਗਤ ਸਾਨੂੰ ਮਿਲਦੀ ਵੱਡੇ ਭਾਗਾਂ ਦੇ ਨਾਲ। ਧੁਰ ਲੇਖ ਸਾਡਾ ਲਿਖਿਆ ਮਾਲਕ ਨੇ, ਫਿਰ ਸਾਡੇ ਜਿਹੜੇ ਦੁੱਖ ਸਹਿੰਦੇ ਇਹ ਸਭ ਮਿਟ ਜਾਂਦੇ। ਮਾਰੇ ਫਰਮਾਉਂਦੇ ਨੇ, ਭਾਈ ਰੇ ਸੁਖ ਸਾਧ ਸੰਗ ਪਾਇਆ। ਲਿਖਿਆ ਲੇਖ ਤੈਨੂੰ ਪੁਰਖ ਵਿਧਾਤੇ, ਦੁੱਖ ਸਹਿੰਸਾ ਮਿਟ ਗਿਆ। ਸਾਡੇ ਸਹਿੰਸੇ ਫਿਕਰ ਚਿੰਤਾਵਾਂ ਇਹ ਮਿਟ ਜਾਂਦੀਆਂ ਜਦੋਂ ਸਾਨੂੰ ਸਤ ਸੰਗਤ ਪ੍ਰਾਪਤ ਹੁੰਦੀ ਹੈ। ਸਾਧੂ ਜਨਾਂ ਦਾ ਸੰਗ ਕਰਕੇ, ਸਤ ਸੰਗਤ ਕਰਕੇ ਸਾਡਾ ਜਿਹੜਾ ਮਨ ਹੈ, ਮਨ ਸੁਖੀ ਹੋ ਜਾਂਦਾ ਹੈ। ਨਹੀਂ ਤਾਂ ਸੰਸਾਰ ਦੇ ਵਿੱਚ ਹੋਰ ਕਿਤੇ ਸੁੱਖ ਨਹੀਂ ਹੈ। ਜੋ ਅਸੀਂ ਮਰਜ਼ੀ ਸੰਸਾਰ 'ਚ ਕਰੀ ਜਾਈਏ, ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਸਾਡੇ ਮਨਾਂ 'ਚ ਕਲੇਸ਼, ਸਾਡੇ ਪਰਿਵਾਰਾਂ 'ਚ ਕਲੇਸ਼, ਸਮਾਜ ਦੇ ਵਿੱਚ ਕਲੇਸ਼। ਤੇ ਜਿਹੜੀ ਫਿਰ ਕਲੇਸ਼ ਦੁਰਮਤ ਦੀ ਅਗਨ, ਇਹ ਸਾਡੇ ਮਨਾਂ ਨੂੰ ਸਾੜਦੀ ਹੈ। ਇਸੇ ਲਈ ਫਿਰ ਆਪਾਂ ਦੇਖਦੇ ਜੋ ਗੁਰਬਾਣੀ ਗੁਰੂ ਦੱਸਦੇ, ਘਰ ਘਰ ਦੇ ਵਿੱਚ ਕਲੇਸ਼, ਲੜਾਈਆਂ ਝਗੜੇ ਨੇ, ਵੈਰ ਵਿਰੋਧ। ਹੁਣ ਇਸ ਕਲੇਸ਼ ਨੂੰ ਖਤਮ ਕਰਨ ਵਾਸਤੇ ਇਹ ਆਪਾਂ ਸਤ ਸੰਗਤ ਕਰਦੇ ਹਾਂ ਤੇ ਸਿਮਰਨ ਕਰਦੇ ਹਾਂ। ਜਦੋਂ ਹੁਣ ਆਪਾਂ ਇਹ ਸਿਮਰਨ ਅਭਿਆਸ ਕਰਾਂਗੇ, ਜੋ ਆਪਾਂ ਕਰ ਰਹੇ ਸੀ ਸਾਸ ਵਿਰਾਸ ਵਾਹਿਗੁਰੂ ਗੁਰਮੰਤਰ ਦਾ ਜਾਪ, ਇਹਦੇ ਨਾਲ ਸਾਡੇ ਮਨ ਤੇ ਮਨ ਦੇ ਜਿਹੜਾ ਸਾਡਾ ਕਲੇਸ਼ ਪਿਆ ਹੈ, ਸਾਡੇ ਪਰਿਵਾਰ 'ਚ ਕਲੇਸ਼ ਪਿਆ ਹੈ, ਇਹ ਕਲੇਸ਼ ਖਤਮ ਹੁੰਦਾ ਹੈ। ਮਾਰੇ ਫਰਮਾਉਂਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੀ ਮਟਾਵੋ। ਹੁਣ ਜਿਹਦੇ ਵੀ ਮਨ 'ਚ ਕਲੇਸ਼ ਹੈ, ਜਿਹਦੇ ਪਰਿਵਾਰ 'ਚ ਕਲੇਸ਼ ਹੈ, ਆਪਾਂ ਇੱਥੇ ਆਉਂਦੇ ਗੁਰੂ ਘਰ, ਇੱਥੇ ਆ ਕੇ ਸੁੱਖ ਮੰਗਦੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸਤਿਗੁਰਾਂ ਦੀ ਬੇਨਤੀ ਕਰਦੇ ਹਾਂ, ਮਹਾਰਾਜ ਸਾਨੂੰ ਸੁੱਖ ਦੇ, ਸਾਡੇ ਪਰਿਵਾਰਾਂ 'ਚ ਸੁੱਖ ਹੋਵੇ। ਤੇ ਸਤਿਗੁਰੂ ਕਹਿੰਦੇ ਜੇ ਤੁਸੀਂ ਸੁਖੀ ਹੋਣਾ ਹੈ ਤੇ ਫਿਰ ਸਿਮਰਨ ਕਰੋ। ਜੇ ਤਾਂ ਅਸੀਂ ਹੁਣ ਇਹਨਾਂ ਦਾ ਬਚਨ ਮੰਨਾਂਗੇ ਫਿਰ ਅਸੀਂ ਸੁਖੀ ਹੋ ਜਾਵਾਂਗੇ। ਜੇ ਅਸੀਂ ਇਹਨਾਂ ਦਾ ਬਚਨ ਮੰਨਦੇ ਨਹੀਂ ਤੇ ਫਿਰ ਸਾਡਾ ਜਿਹੜਾ ਦੁੱਖ ਹੈ ਉਹ ਦੁੱਖ ਘਟਦਾ ਨਹੀਂ ਹੈ, ਹੋਰ ਸਾਡੇ ਦੁੱਖ ਨੇ ਜਿਹੜੇ ਉਹ ਵੱਧ ਹੀ ਜਾਂਦੇ।
ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਸਾਡੇ ਮਨ ਦਾ ਦੁੱਖ ਕਦੋਂ ਖਤਮ ਹੋਇਆ, ਕਦੋਂ ਸਾਨੂੰ ਸੁੱਖ ਦੀ ਪ੍ਰਾਪਤੀ ਹੋਈ, ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਆਏ। ਇਸੇ ਆਇਆਂ ਨੂੰ ਸਾਨੂੰ ਭੇਤ ਆਉਂਦਾ ਹੈ ਕਿ ਅਸੀਂ ਕਿਉਂ ਦੁਖੀ, ਦੁੱਖ ਦਾ ਕਾਰਨ ਕੀ ਹੈ, ਕਿਉਂ ਸਾਡੇ ਮਨਾਂ 'ਚ ਕਲੇਸ਼ ਹੈ, ਕਿਉਂ ਸਾਡੇ ਪਰਿਵਾਰਾਂ 'ਚ ਕਲੇਸ਼ ਹੈ, ਇਹ ਕਲੇਸ਼ ਕੌਣ ਪਾਉਂਦਾ ਹੈ, ਕੌਣ ਸਾਡੇ ਅੰਦਰ ਵੈਰ ਵਿਰੋਧ ਈਰਖਾ ਨਫ਼ਰਤ ਪੈਦਾ ਕਰਦਾ ਇੱਕ ਦੂਸਰੇ ਪ੍ਰਥਾਏ। ਇਹ ਫਿਰ ਆਪਾਂ ਨੂੰ ਸਾਰਾ ਖੇਲ ਸਮਝਾਇਆ ਜਾਂਦਾ ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਆਉਂਦੇ ਹਾਂ। ਆਪਾਂ ਨੂੰ ਸਮਝਾਉਂਦੇ ਬਈ ਜਿਹੜਾ ਇਹ ਝਗੜਾ ਹੈ ਜੋ ਵੀ ਆਪਾਂ ਸੰਸਾਰ 'ਚ ਦੇਖਦੇ, ਇਹ ਝਗੜਾ ਹੈ ਇਹਨਾਂ ਪੰਜਾਂ ਦੂਤਾਂ ਦਾ, ਕਾਮ ਕ੍ਰੋਧ ਲੋਭ ਹੰਕਾਰ ਦਾ। ਜਦੋਂ ਸਾਡਾ ਮਨ ਇੱਥੇ ਆ ਕੇ ਸੌਂ ਜਾਂਦਾ ਹੈ, ਭਰਮ 'ਚ ਪੈ ਜਾਂਦਾ ਹੈ, ਫਿਰ ਇਹ ਪੰਜੇ ਝਗੜਦੇ ਨੇ। ਇਸ ਲਈ ਮਹਾਰਾਜ ਦੱਸਦੇ, ਕਹੋ ਕਬੀਰ ਪਾਂਚੋਂ ਕਾ ਝਗੜਾ ਝਗੜਤ ਜਨਮ ਗਵਾਇਆ। ਹੁਣ ਜਿੰਨੀਆਂ ਵੀ ਲੜਾਈਆਂ, ਜਿੰਨੇ ਵੀ ਝਗੜੇ ਇਹਨਾਂ ਪੰਜਾਂ ਦੇ ਨੇ। ਜਦੋਂ ਸਾਡਾ ਮਨ ਸੁੱਤਾ ਹੁੰਦਾ ਹੈ, ਹੁਣ ਆਪਾਂ ਨੂੰ ਸਤਿਗੁਰੂ ਫਿਰ ਸਮਝਾਉਂਦੇ ਵੀ ਤੁਸੀਂ ਜਾਗੋ। ਜੇ ਹੁਣ ਸਾਡਾ ਮਨ ਜਾਗ ਪਵੇ, ਸਾਡੇ ਮਨ ਨੂੰ ਗਿਆਨ ਹੋ ਜੇ, ਸੋਝੀ ਹੋ ਜੇ, ਫਿਰ ਇਹ ਜਿਹੜਾ ਕਲਾ ਕਲੇਸ਼ ਹੈ ਤੋਂ ਬਚ ਸਕਦਾ, ਫਿਰ ਇਹ ਲੜਾਈਆਂ ਝਗੜਿਆਂ ਤੋਂ ਅਸੀਂ ਬਚ ਸਕਦੇ ਹਾਂ। ਸੋ ਇਸ ਲਈ ਫਿਰ ਆਪਾਂ ਨੂੰ ਦੱਸਦੇ ਵੀ ਇਹਨਾਂ ਪੰਜਾਂ ਨੇ ਹੀ ਸਾਰੇ ਸੰਸਾਰ ਦੇ ਵਿੱਚ ਸਾਰਿਆਂ ਨੂੰ ਧੜਿਆਂ 'ਚ ਵੰਡਿਆ ਹੋਇਆ ਹੈ। ਇੱਕ ਪਰਿਵਾਰ ਤੋਂ ਲੈ ਕੇ ਸਾਰੇ ਸਮਾਜ ਦੇ ਵਿੱਚ, ਤੇ ਇਹ ਪੰਜੇ ਫਿਰ ਧੜਿਆਂ 'ਚ ਵੰਡ ਕੇ ਸਾਨੂੰ ਇੱਕ ਦੂਸਰੇ ਦੇ ਨਾਲ ਲੜਾਉਂਦੇ, ਇੱਕ ਦੂਸਰੇ ਦੀ ਸਾਥੋਂ ਨਿੰਦਿਆ ਕਰਾਉਂਦੇ, ਵੈਰ ਵਿਰੋਧ ਈਰਖਾ ਨਫ਼ਰਤ ਕਰਾਉਂਦੇ। ਸੋ ਇਸ ਤਰ੍ਹਾਂ ਫਿਰ ਅਸੀਂ ਇਹ ਜੀਵਨ ਦੀ ਬਾਜੀ ਨੂੰ ਹਾਰਦੇ। ਇਸ ਲਈ ਮਹਾਰਾਜ ਸਾਨੂੰ ਫਿਰ ਸਮਝਾਉਂਦੇ ਇਹਨਾਂ ਦਾ, ਕਲ ਯੁਗ ਮੇ ਧੜੇ ਪੰਜ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਇਹਨਾਂ ਪੰਜਾਂ ਦਾ ਹੀ ਝਗੜਾ ਹੈ, ਤੇ ਇਹਨਾਂ ਨੇ ਹੀ ਸਾਰਿਆਂ ਨੂੰ ਧੜਿਆਂ 'ਚ ਵੰਡਿਆ ਹੋਇਆ। ਤੇ ਆਪਾਂ ਨੂੰ ਹੁਣ ਮਹਾਰਾਜ ਸਮਝਾਉਂਦੇ ਕਿ ਤੁਸੀਂ ਸਿਮਰਨ ਅਭਿਆਸ ਕਰਕੇ ਜਾਗੋ, ਸਾਧ ਸੰਗਤ ਦੇ ਵਿੱਚ ਆਓ, ਆ ਕੇ ਭੇਤ ਲਵੋ। ਜਦੋਂ ਅਸੀਂ ਭੇਤ ਲੈਂਦੇ ਹਾਂ ਵੀ ਇਹ ਖੇਲ ਕਿਵੇਂ ਚੱਲਦਾ ਹੈ, ਫਿਰ ਜਦੋਂ ਸਾਨੂੰ ਸਮਝ ਆਉਂਦੀ ਹੈ, ਤੇ ਫਿਰ ਆਪਣਾ ਮਨ ਪਹਿਲਾਂ ਗਿਆਨ ਦੁਬਾਰਾ ਜਾਗਦਾ ਹੈ। ਪਹਿਲਾਂ ਆਪਣੇ ਮਨ ਨੂੰ ਇਹ ਗਿਆਨ ਦਿੱਤਾ ਜਾਂਦਾ ਹੈ। ਜਿਵੇਂ ਹੁਣ ਜਦੋਂ ਪਹਿਲਾਂ ਤਾਂ ਸਾਨੂੰ ਗਿਆਨ ਨਹੀਂ ਹੁੰਦਾ, ਉਦੋਂ ਅਸੀਂ ਦੁੱਖ ਹੈ ਜਿਹੜਾ ਹੋਰ ਆਪਦੇ ਆਪ ਹੀ ਵਧਾਈ ਜਾਂਦੇ, ਨਿੰਦਿਆ ਕਰਕੇ, ਕਿਸੇ ਨਾਲ ਵੈਰ ਵਿਰੋਧ ਕਰਕੇ, ਈਰਖਾ ਨਫ਼ਰਤ ਕਰਕੇ। ਫਿਰ ਆਪਾਂ ਨੂੰ ਗਿਆਨ ਦਿੱਤਾ ਜਾਂਦਾ ਵੀ ਕਿਸੇ ਦੀ ਨਿੰਦਿਆ ਨਾ ਕਰੋ, ਨਾ ਕਿਸੇ ਦੀ ਨਿੰਦਿਆ ਕਰੋ, ਤੇ ਨਾ ਹੀ ਸੁਣੋ। ਇਹ ਗਿਆਨ ਹੈ। ਜਦੋਂ ਇਹ ਸਾਡੇ ਮਨ ਨੂੰ ਗਿਆਨ ਹੋਏਗਾ, ਫਿਰ ਇਹ ਨਿੰਦਿਆ ਵਾਲੇ ਪਾਸਿਓਂ ਰੁਕ ਜੇਗਾ, ਤੇ ਉਦੋਂ ਫਿਰ ਕਹਿੰਦੇ ਨੇ ਵੀ ਇਹ ਗਿਆਨ ਦੁਬਾਰਾ ਜਾਗ ਪਿਆ। ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਨਿੰਦਾ ਹੈ ਜਿਹੜੀ, ਉਹ ਕਿਸੇ ਵੀ ਜੀਵ ਦੀ ਭਲੀ ਨਹੀਂ ਹੈ, ਸਭ ਦੀ ਮਾੜੀ ਹੈ। ਜਿਹੜੇ ਜੀਵ ਕਰਦੇ ਉਹਨਾਂ ਨੂੰ ਮਨਮੁਖ ਕਹਿੰਦੇ, ਮੂਰਖ ਕਹਿੰਦੇ। ਉਹਨਾਂ ਦਾ ਮੁੱਖ ਹੈ ਜਿਹੜਾ ਮੁੱਖ ਕਾਲਾ ਹੋ ਜਾਂਦਾ ਹੈ, ਤੇ ਉਹਨਾਂ ਨੂੰ ਨਰਕਾਂ 'ਚ ਸੁੱਟਿਆ ਜਾਂਦਾ ਹੈ। ਮਹਾਰਾਜ ਫਰਮਾਉਂਦੇ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਨ ਨਿੰਦਕਾਂ, ਨਰਕੇ ਘੋਰ ਭਵਨ। ਵੀ ਜਿਹੜਾ ਜੀਵ ਨਿੰਦਾ ਕਰਦਾ ਹੈ, ਉਹਦਾ ਮੁੱਖ ਕਾਲਾ ਹੋਣਾ, ਉਹਨੂੰ ਸਜ਼ਾ ਮਿਲਣੀ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਇਹ ਗਿਆਨ ਦਿੱਤਾ ਜਾਂਦਾ ਵੀ ਨਿੰਦਿਆ ਨਾ ਕਰੋ, ਤੇ ਨਾ ਕਿਸੇ ਦੀ ਸੁਣੋ। ਹੁਣ ਜੇ ਸਾਨੂੰ ਗਿਆਨ ਹੋਏਗਾ, ਤੇ ਸਾਡਾ ਮਨ ਰੁਕ ਜਾਏਗਾ ਇਸ ਪਾਸਿਓਂ। ਤੇ ਜੇ ਹੁਣ ਸਾਨੂੰ ਇਹ ਗਿਆਨ ਨਹੀਂ,
ਗਿਆਨ ਦੁਆਰਾ ਮਨ ਜਾਗਦਾ ਨਹੀਂ, ਫਿਰ ਇਹ ਰੁਕਦਾ ਨਹੀਂ। ਸੋ ਇਸ ਵਾਸਤੇ ਫਿਰ ਪਹਿਲਾਂ ਸਾਡੇ ਮਨ ਨੂੰ ਇਹ ਗਿਆਨ ਦਿੱਤਾ ਜਾਂਦਾ, ਗਿਆਨ ਦੁਆਰਾ ਮਨ ਜਾਗਦਾ ਹੈ। ਜਿਵੇਂ ਆਪਾਂ ਨੂੰ ਫਿਰ ਦੱਸਦੇ ਵੀ ਕਿਸੇ ਨਾਲ ਦੁਖਦਾ ਨਾ ਕਰੋ, ਕਿਸੇ ਨਾਲ ਈਰਖਾ ਨਫ਼ਰਤ ਨਾ ਕਰੋ, ਇਹ ਗਿਆਨ। ਹੁਣ ਜਦੋਂ ਫਿਰ ਅਸੀਂ ਇਹ ਗਿਆਨ ਲਵਾਂਗੇ, ਗਿਆਨ ਨੂੰ ਆਪਦੇ ਹਿਰਦੇ 'ਚ ਵਸਾਵਾਂਗੇ, ਗੁਰਬਾਣੀ ਗੁਰੂ ਦੀ ਵਿਚਾਰ ਕਰਾਂਗੇ, ਫਿਰ ਇੱਕ ਤਾਂ ਹੈ ਕਰਮ, ਜਿਹੜਾ ਕਰਨ ਦੇ ਨਾਲ ਸਾਡੇ ਮਨ ਨੂੰ ਸਜ਼ਾ ਮਿਲਦੀ, ਸਾਡਾ ਮੁੱਖ ਕਾਲਾ ਹੁੰਦਾ। ਇੱਕ ਕਰਮ ਹੈ ਜਿਹੜਾ ਕਰਨ ਦੇ ਨਾਲ ਸਾਡਾ ਮਨ ਦਾ ਜਿਹੜਾ ਮੁੱਖ ਉਜਲ ਹੋ ਜਾਂਦਾ, ਇਸ ਨੂੰ ਦਰਗਾਹ ਦੇ ਵਿੱਚ ਸਤਿਕਾਰ ਮਿਲਦਾ, ਥਾਂ ਮਿਲਦਾ ਹੈ। ਫਿਰ ਉਹ ਹੈ ਜਦੋਂ ਆਪਾਂ ਨੂੰ ਗਿਆਨ ਹੁੰਦਾ, ਆਪਾਂ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ ਹਾਂ। ਮਹਾਰਾਜ ਫਰਮਾਉਂਦੇ, ਜਿਨ੍ਹਾਂ ਅੰਤਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ, ਤੈਨ ਕੇ ਮੁਖ ਸਦ ਉਜਲੇ, ਤਿਤ ਸੱਚੇ ਦਰਬਾਰ। ਕਿ ਉਹਨਾਂ ਦੇ ਮੁਖ ਉਜਲ ਗੁਰਮੁਖਾਂ ਦੇ ਉਹ ਸੱਚੇ ਦਰਬਾਰ ਦੇ ਵਿੱਚ ਜਿਹੜੇ ਫਿਰ ਇਹ ਵਿਚਾਰ ਕਰਦੇ, ਜਿਹੜੇ ਫਿਰ ਇਹ ਸੋਝੀ ਲੈਂਦੇ, ਜਿਨ੍ਹਾਂ ਦਾ ਮਨ ਜਾਗਦਾ ਗੁਰਬਾਣੀ ਗੁਰੂ ਦੁਆਰਾ। ਸੋ ਇਸ ਕਰਕੇ ਫਿਰ ਆਪਾਂ ਨੂੰ ਦੱਸਦੇ ਵੀ ਇੱਕ ਤਾਂ ਹੈ ਗਿਆਨ ਦੁਆਰਾ ਜਾਗਣਾ, ਦੂਸਰੀ ਅਵਸਥਾ ਹੈ ਫਿਰ ਧਿਆਨ ਦੁਆਰਾ ਜਾਗਣਾ। ਧਿਆਨ ਦੇ ਵਿੱਚ ਫਿਰ ਸਾਰਾ ਖੇਲ ਚੱਲਦਾ ਧਿਆਨ ਦਾ। ਜਿਵੇਂ ਆਪਾਂ ਕੱਲ੍ਹ ਰਾਤ ਵਿਚਾਰ ਕੀਤੀ ਸੀ ਵੀ ਇਸ ਲੋਕ ਦੇ ਵਿੱਚ ਸਾਰਾ ਜਿਹੜਾ ਖੇਲ ਫਿਰ ਉਹ ਦ੍ਰਿਸ਼ਟੀ ਦਾ ਚੱਲਦਾ ਹੈ। ਜਦੋਂ ਧਿਆਨ ਦੀ ਅਵਸਥਾ ਹੁੰਦੀ ਹੈ, ਫਿਰ ਦ੍ਰਿਸ਼ਟੀ ਜਦੋਂ ਮਾਲਕ ਦੇ ਵਿੱਚ ਆਪਾਂ ਸੱਚ ਚਲਾ ਲੈਂਦੇ ਹਾਂ, ਉਦੋਂ ਫਿਰ ਸਾਰਾ ਹੀ ਧਿਆਨ ਦ੍ਰਿਸ਼ਟੀ ਦਾ ਚੱਲਦਾ ਹੈ। ਸੋ ਇਸ ਵਾਸਤੇ ਫਿਰ ਉਦੋਂ ਧਿਆਨ ਦੁਆਰਾ ਮਨ ਜਾਗਦਾ। ਸੋ ਆਪਾਂ ਨੂੰ ਫਿਰ ਸਮਝਾਉਂਦੇ ਵੀ ਇੱਕ ਤਾਂ ਜਦੋਂ ਸਾਨੂੰ ਗਿਆਨ ਨਹੀਂ ਹੁੰਦਾ, ਜੀਵ ਸਤ ਸੰਗਤ ਨਹੀਂ ਕਰਦਾ, ਉਹਦੀ ਜਿਹੜੀ ਫਿਰ ਦ੍ਰਿਸ਼ਟੀ ਹੈ ਉਹ ਮਾਇਆ ਦੇ ਵਿੱਚ ਹੁੰਦੀ ਹੈ। ਮਨਮੁਖ ਦੀ ਜਿਹੜੀ ਦ੍ਰਿਸ਼ਟੀ ਉਹ ਫਿਰ ਹੁੰਦੀ ਹੈ, ਉਹਨੂੰ ਕਹਿੰਦੇ ਕਰੂਰ ਦ੍ਰਿਸ਼ਟ। ਗੁਰਮੁਖਾਂ ਦੀ ਤਾਂ ਅੰਮ੍ਰਿਤਮਈ ਦ੍ਰਿਸ਼ਟ ਹੁੰਦੀ, ਵੀ ਉਹਨਾਂ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਆਉਂਦਾ ਹੈ। ਜਿਸ ਨੂੰ ਮਹਾਰਾਜ ਫਰਮਾਉਂਦੇ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਵੀ ਉਹ ਤਾਂ ਅੰਮ੍ਰਿਤਮਈ ਦ੍ਰਿਸ਼ਟੀ ਜਿਹਦੇ 'ਤੇ ਵੀ ਪੈਂਦੀ ਹੈ, ਉਹਨੂੰ ਸੁੱਖ ਮਿਲਦਾ, ਉਹਦੇ ਮਨ ਨੂੰ ਸ਼ਾਂਤੀ ਆਉਂਦੀ ਹੈ। ਇੱਕ ਹੁੰਦੀ ਹੈ ਕਰੂਰ ਦ੍ਰਿਸ਼ਟੀ। ਕਰੂਰ ਦ੍ਰਿਸ਼ਟ ਹੁੰਦੀ ਹੈ ਵੀ ਜਿਹਦੇ 'ਤੇ ਪੈਂਦੀ ਹੈ ਉਹਦੇ ਵੀ ਵਿਚਾਰ ਬਣ ਜਾਂਦੇ ਫੁਰਨੇ। ਉਹ ਮਨਮੁਖ ਦੀ ਹੁੰਦੀ। ਮਨਮੁਖ ਜਿਹੜਾ ਜਦੋਂ ਬੋਲਦਾ ਹੈ, ਕੌੜਾ ਬੋਲਦਾ ਹੈ, ਦ੍ਰਿਸ਼ਟੀ ਕਰੂਰ, ਅਤੇ ਮੱਥੇ 'ਤੇ ਉਹਦੇ ਉਹ ਪੈਣ ਲੱਗ ਜਾਂਦੇ ਆ ਤਿਉੜੀਆਂ, ਜਿਸ ਨੂੰ ਮਹਾਰਾਜ ਕਹਿੰਦੇ ਮੱਥੇ ਤਰੇ ਕੋਟੀ ਦ੍ਰਿਸ਼ਟ ਕਰੂਰ, ਬੋਲੇ ਕੌੜਾ ਜੀਭਾ ਕੀ ਫੂੜ। ਵੀ ਇਹ ਮਨਮੁਖ ਦੀ ਦ੍ਰਿਸ਼ਟੀ ਹੈ, ਕੂੜ ਵਾਲੀ, ਕਰੂਰ ਦ੍ਰਿਸ਼ਟ। ਵੀ ਜਦੋਂ ਦੇਖਦਾ ਹੈ ਗੁੱਸੇ ਨਾਲ ਹੀ ਦੇਖਦਾ, ਕ੍ਰੋਧ ਦੇ ਨਾਲ ਦੇਖਦਾ। ਜਦੋਂ ਦੇਖਦਾ ਹੈ ਬਕਾਰੀ ਦ੍ਰਿਸ਼ਟੀ, ਬਕਾਰੀ ਦੇਖਦਾ। ਸੋ ਫਿਰ ਜਦੋਂ ਬੋਲਦਾ ਹੈ, ਬੋਲਦਾ ਵੀ ਕੌੜਾ, ਫਿੱਕਾ ਬੋਲਦਾ, ਮਾੜੇ ਵਚਨ ਬੋਲਦਾ ਹੈ। ਸੋ ਵੀ ਦ੍ਰਿਸ਼ਟੀ ਫਿਰ ਉਹ ਮਨਮੁਖ ਦੀ ਹੈ, ਅਤੇ ਗੁਰਮੁਖ ਦੀ ਦ੍ਰਿਸ਼ਟੀ ਅੰਮ੍ਰਿਤਮਈ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਹ ਦ੍ਰਿਸ਼ਟੀ ਸਾਡੀ ਪਹਿਲਾਂ ਤਾਂ ਕਰੂਰ ਹੀ ਹੁੰਦੀ ਹੈ। ਜਦੋਂ ਅਸੀਂ ਸਤ ਸੰਗਤ ਨਹੀਂ ਕਰਦੇ, ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ, ਸਾਡੀ ਉਹ ਕਰੂਰ ਦ੍ਰਿਸ਼ਟ ਹੁੰਦੀ ਹੈ। ਅਤੇ ਜਦੋਂ ਫਿਰ ਆਪਾਂ ਗੁਰੂ ਦੀ ਸ਼ਰਨ 'ਚ ਆ ਜਾਂਦੇ ਹਾਂ, ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਇੱਥੇ ਆ ਕੇ ਫਿਰ ਆਪਣਾ ਸਾਰਾ ਕੁਛ ਬਦਲਦਾ ਹੈ। ਜਿਉਂ-ਜਿਉਂ ਆਪਾਂ ਸਿਮਰਨ ਅਭਿਆਸ ਕਰਦੇ ਹਾਂ, ਸਾਡੀਆਂ ਜਿਹੜੀਆਂ ਆਦਤਾਂ ਹੁੰਦੀਆਂ ਉਹ ਆਦਤਾਂ ਬਦਲ ਜਾਂਦੀਆਂ ਨੇ, ਸਾਡੇ ਮਨ ਦਾ ਸੁਭਾਅ ਬਦਲ ਜਾਂਦਾ ਹੈ। ਪਹਿਲਾਂ ਜਿਹੜਾ ਸਾਨੂੰ ਛੋਟੀ ਛੋਟੀ ਗੱਲ 'ਤੇ ਗੁੱਸਾ ਆਉਂਦਾ ਹੈ, ਅਸੀਂ ਵਿਰੋਧ ਕਰਦੇ ਹਾਂ,
ਛੋਟੀ ਛੋਟੀ ਗੱਲ 'ਤੇ ਆਪਾਂ ਚਿੰਤਾ ਕਰਦੇ ਹਾਂ, ਫਿਕਰ ਕਰਦੇ ਹਾਂ, ਸਹਿੰਸੇ ਕਰਦੇ ਹਾਂ, ਫਿਰ ਇਹ ਸਾਡਾ ਜਿਹੜਾ ਸੁਭਾਅ ਹੈ ਬਦਲ ਜਾਂਦਾ ਹੈ। ਸਾਡਾ ਮਨ ਸੁਖੀ ਹੋ ਜਾਂਦਾ ਹੈ। ਸਾਧ ਸੰਗਤ ਦੇ ਵਿੱਚ ਆ ਕੇ ਇਹਦੇ ਵਿੱਚ ਫਿਰ ਬਲ ਆ ਜਾਂਦਾ ਹੈ। ਪਹਿਲਾਂ ਜਦੋਂ ਮਨ ਕਮਜ਼ੋਰ ਹੁੰਦਾ ਹੈ, ਕਮਜ਼ੋਰ ਚਿੱਤ ਦੇ ਲੱਛਣ ਨੇ। ਸਹਿੰਸੇ ਫਿਕਰ, ਚਿੰਤਾਵਾਂ ਕਰਨੀਆਂ, ਵੈਰ ਵਿਰੋਧ ਕਰਨਾ, ਗੁੱਸਾ ਕਰਨਾ, ਇਹ ਦ੍ਰਿਸ਼ਟ ਵਿਕਾਰੀ, ਕੂੜ ਬੋਲਣਾ, ਇਹ ਕਮਜ਼ੋਰ ਚਿੱਤ ਦੇ ਲੱਛਣ ਨੇ। ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ, ਆ ਕੇ ਇੱਥੇ ਆਪਾਂ ਸ਼ਬਦ ਦੀ ਵਿਚਾਰ ਸੁਣਦੇ ਹਾਂ, ਕਰਦੇ ਹਾਂ, ਸਿਮਰਨ ਅਭਿਆਸ ਕਰਦੇ ਹਾਂ, ਇਹਦੇ ਨਾਲ ਫਿਰ ਆਪਣੇ ਮਨ ਦੇ ਵਿੱਚ ਆਤਮ ਬਲ ਆਉਂਦਾ ਹੈ। ਜਿਉਂ-ਜਿਉਂ ਆਪਾਂ ਸਿਮਰਨ ਕਰਾਂਗੇ, ਸਾਡੇ ਮਨ ਦੇ ਵਿੱਚ ਸ਼ਕਤੀ ਆਏਗੀ, ਮਨ 'ਚ ਬਲ ਆਏਗਾ। ਜਿਉਂ-ਜਿਉਂ ਇਹਦੇ ਵਿੱਚ ਬਲ ਆਏਗਾ, ਤਿਉਂ-ਤਿਉਂ ਫਿਰ ਇਹਦਾ ਸੁਭਾਅ ਬਦਲੇਗਾ। ਜਦੋਂ ਤਾਂ ਮਨ ਕਮਜ਼ੋਰ ਹੁੰਦਾ, ਉਦੋਂ ਤਾਂ ਇਹਦਾ ਫਿਰ ਸੁਭਾਅ ਜਿਹੜਾ ਇਹ ਵਿਕਾਰੀ ਹੁੰਦਾ। ਜਦੋਂ ਆਤਮ ਬਲ ਆ ਜਾਏਗਾ, ਫਿਰ ਇਹਨੂੰ ਗੁੱਸਾ ਨਹੀਂ ਆਏਗਾ, ਫਿਰ ਇਹ ਹੇਕਾ ਨਹੀਂ ਬੋਲੇਗਾ, ਕਿਸੇ ਨੂੰ ਮਾੜੇ ਵਚਨ ਨਹੀਂ ਬੋਲੇਗਾ। ਫਿਰ ਇਹਦੇ ਸੁਭਾਅ ਦੇ ਵਿੱਚ ਤਬਦੀਲੀ ਆ ਜਾਂਦੀ ਹੈ। ਫਿਰ ਜਿਉਂ-ਜਿਉਂ ਆਪਾਂ ਅੱਗੇ ਹੋਰ ਅਭਿਆਸ ਕਰਦੇ ਹਾਂ, ਫਿਰ ਪਹਿਲਾਂ ਤਬਦੀਲੀ ਆਉਂਦੀ ਜਦੋਂ ਆਪਾਂ ਸਿਮਰਨ ਕਰਦੇ ਹਾਂ। ਸਿਮਰਨ ਕਰਨ ਦੇ ਨਾਲ ਸਾਡਾ ਜੋ ਮੁਖ ਹੈ ਇਹ ਮਿੱਠਾ ਹੋਣ ਲੱਗ ਜਾਂਦਾ। ਜਦੋਂ ਆਪਣਾ ਮੁਖ ਮਿੱਠਾ ਹੁੰਦਾ, ਸਾਡੇ ਮੁਖ ਦੇ ਵਿੱਚ ਅੰਮ੍ਰਿਤ ਆਉਂਦਾ, ਸਾਡੇ ਮਨ ਦੀ ਖੁਰਾਕ, ਸਾਡੇ ਮਨ ਦਾ ਭੋਜਨ। ਉਦੋਂ ਤੁਸੀਂ ਦੇਖੋਗੇ ਵੀ ਆਪਾਂ ਕੋਈ ਮਿੱਠੀ ਚੀਜ਼ ਵੀ ਨਹੀਂ ਖਾਧੀ, ਨਾ ਖੰਡ ਖਾਧੀ ਹੈ, ਨਾ ਗੁੜ ਖਾਧਾ ਹੈ, ਨਾ ਕੋਈ ਹੋਰ ਮਿੱਠੀ ਚੀਜ਼ ਖਾਧੀ, ਵੀ ਆਪਣਾ ਮੁਖ ਉਹਦਾ ਹੀ ਮਿੱਠਾ ਹੋਈ ਜਾਏਗਾ ਅੰਦਰ। ਉਦੋਂ ਕਹਿੰਦੇ ਵੀ ਹੁਣ ਇਹ ਵੱਡੇ ਭਾਗਾਂ ਵਾਲੇ ਹੋ ਗਏ। ਮਹਾਰਾਜ ਕਹਿੰਦੇ ਸਹਿਜ ਆਨੰਦ ਹੋਆ ਬੜ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਦੋਂ ਆਪਣੇ ਮੁਖ 'ਚ ਅੰਮ੍ਰਿਤ ਆਉਣ ਲੱਗ ਗਿਆ, ਫਿਰ ਆਪਣੀ ਜਿਹੜੀ ਭਾਸ਼ਾ ਹੈ, ਭਾਸ਼ਾ ਬਦਲ ਜਾਂਦੀ ਹੈ। ਪਹਿਲਾਂ ਆਪਾਂ ਫਿੱਕਾ ਬੋਲਦੇ, ਮਾੜੇ ਵਚਨ ਬੋਲਦੇ, ਮੁਖ ਦੇ ਵਿੱਚੋਂ ਜੀਵ ਗਾਲਾਂ ਵੀ ਕੱਢਦਾ। ਜਦੋਂ ਅੰਮ੍ਰਿਤ ਆਉਣ ਲੱਗ ਗਿਆ, ਫਿਰ ਉਹ ਵਚਨ ਹੀ ਬਦਲ ਜਾਣਗੇ, ਫਿਰ ਉਹ ਅੰਮ੍ਰਿਤਮਈ ਵਚਨ ਹੋ ਜਾਣਗੇ। ਉਦੋਂ ਕਹਿੰਦੇ ਫਿਰ ਵੀ ਆਪਣਾ ਜਿਹੜਾ ਸੁਭਾਅ ਬਦਲ ਗਿਆ, ਇਹਨਾਂ ਦੀ ਬਾਣੀ ਬਦਲ ਗਈ, ਇਹਨਾਂ ਦੇ ਜਿਹੜੇ ਵਚਨ ਹੁਣ ਉਹ ਪਹਿਲਾਂ ਵਾਲੀ ਇਹਨਾਂ ਦੀ ਭਾਸ਼ਾ ਨਹੀਂ ਰਹੀ, ਇਹਨਾਂ ਦੇ ਵਚਨ ਅੰਮ੍ਰਿਤਮਈ ਹੋ ਗਏ। ਫਿਰ ਉਹ ਵਚਨਾਂ ਨੂੰ ਜਿਹੜਾ ਵੀ ਸੁਣਦਾ ਹੈ, ਉਹਦੇ ਮਨ ਨੂੰ ਸ਼ਾਂਤੀ ਆਏਗੀ, ਉਹਦੇ ਮਨ ਨੂੰ ਸੁੱਖ ਮਿਲੇਗਾ। ਜਦੋਂ ਆਪਾਂ ਪਹਿਲਾਂ ਸਿਮਰਨ ਨਹੀਂ ਕਰਦੇ, ਉਦੋਂ ਸਾਡੀ ਜਿਹੜੀ ਭਾਸ਼ਾ ਉਹ ਕੌੜੀ ਹੁੰਦੀ ਹੈ, ਫਿੱਕਾ ਬੋਲਦੇ, ਆਪ ਵੀ ਦੁਖੀ ਹਾਂ, ਅਤੇ ਜਿਹੜਾ ਅੱਗੇ ਸੁਣਦਾ ਉਹਦੇ ਅੰਦਰ ਵੀ ਅੱਗ ਲਾ ਦਿੰਦੇ। ਐਸੇ ਵਚਨ ਬੋਲਦਾ ਜੀ ਮਨਮੁਖ। ਇਸ ਵਾਸਤੇ ਜਿਹੜਾ ਕਾਲ ਹੈ, ਇਹਨੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਮੁਖ ਨੇ, ਮੁਖ ਦੇ ਵਿੱਚ ਅਗਨ ਰੱਖੀ। ਬਈ ਜਦੋਂ ਇਹ ਮੇਰੇ ਦੇਸ਼ ਦੀ ਭਾਸ਼ਾ ਬੋਲਣ, ਕੱਚੀ ਬਾਣੀ ਬੋਲਣ, ਇਹ ਮੁਖ ਦੇ ਵਿੱਚੋਂ ਅੱਗ ਕੱਢਣ। ਇੱਕ ਤਾਂ ਆਪਾਂ ਅੱਗ ਦੇਖਦੇ ਹਾਂ, ਜਿਵੇਂ ਆਪਾਂ ਤੀਲੀ ਨਾਲ ਲਾਉਂਦੇ ਹਾਂ, ਅੱਗ ਬਲਦੀ। ਇੱਕ ਅਗਨ ਸਾਡੇ ਸਾਰਿਆਂ ਦੇ ਅੰਦਰ ਹੈ, ਜਿਹਨੂੰ ਤੀਲੀ ਦੇ ਨਾਲ ਲਾਉਣ ਦੀ ਲੋੜ ਨਹੀਂ, ਇਹ ਸਾਡੇ ਵਚਨਾਂ ਦੁਆਰਾ ਬਲਦੀ ਹੈ। ਜਦੋਂ ਇੱਕ ਜਾਣਾ ਸ਼ਬਦ ਫਿੱਕਾ ਬੋਲਦਾ, ਮਾੜਾ ਬੋਲਦਾ, ਅਤੇ ਉਹ ਦੂਸਰੇ ਦੇ ਅੰਦਰ ਅੱਗ ਭੜਕ ਉੱਠਦੀ ਹੈ। ਫਿਰ ਅੱਗੇ ਉਹ ਦੂਸਰਾ ਵੀ ਬੋਲਣਾ ਸ਼ੁਰੂ ਕਰ ਦਿੰਦਾ। ਇਹਨੂੰ ਕਹਿੰਦੇ ਇਹ ਸ਼ਬਦ ਦੁਆਰਾ ਅੱਗ ਬਾਲਦੇ ਨੇ। ਹੁਣ ਜਿਹੜਾ ਜੀਵ ਸਿਮਰਨ ਨਹੀਂ ਕਰਦਾ, ਜਿਹਦੇ ਮੁਖ ਦੇ ਵਿੱਚ ਫਿਰ ਅੰਮ੍ਰਿਤ ਨਹੀਂ ਆਉਂਦਾ, ਉਹ ਹੀ ਅੱਗ ਬਾਲ ਦਿੰਦਾ। ਜਦੋਂ ਬੋਲਦਾ, ਉਹ ਦੂਸਰੇ ਦੇ ਅੰਦਰ ਵੀ ਅਗਨ ਨੂੰ ਭੜਕਾ ਦਿੰਦਾ। ਸੋ ਜਦੋਂ ਫਿਰ ਆਪਾਂ ਇਹ ਸਿਮਰਨ ਕਰਦੇ ਹਾਂ, ਫਿਰ ਇਹ ਅਗਨ ਬੁਝ ਜਾਂਦੀ, ਅਤੇ ਫਿਰ ਜਿਹੜੇ ਵਚਨ ਉਹ ਅੰਮ੍ਰਿਤਮਈ ਹੋ ਜਾਂਦੇ। ਉਦੋਂ ਫਿਰ ਕਹਿੰਦੇ
ਬਈ ਇਹ ਵੱਡੇ ਭਾਗਾਂ ਵਾਲੇ ਹੋ ਗਏ, ਵੱਡੇ ਭਾਗੀ ਹੋ ਗਏ। ਆਪਣੇ ਬਚਨ ਫਿਰ ਉਹ ਪਹਿਲਾਂ ਵਾਲੇ ਨਹੀਂ ਰਹਿਣਗੇ। ਫਿਰ ਜਦੋਂ ਆਪਾਂ ਹੋਰ ਅਭਿਆਸ ਕਰਦੇ ਹਾਂ, ਸਾਡੇ ਅੰਦਰ ਜੋ ਅਨਹਦ ਬਾਣੀ ਉਹ ਪ੍ਰਗਟ ਹੋ ਜਾਂਦੀ ਹੈ। ਆਪਾਂ ਅੰਦਰੋਂ ਅਨਹਦ ਸ਼ਬਦਾਂ ਨੂੰ ਸੁਣਨਾ ਸ਼ੁਰੂ ਕਰ ਦਿੰਦੇ ਹਾਂ। ਫਿਰ ਆਪਣਾ ਜਿਹੜਾ ਸੁਣਨ ਵਾਲਾ ਸੁਭਾਅ ਉਹ ਵੀ ਬਦਲ ਜਾਂਦਾ ਹੈ। ਪਹਿਲਾਂ ਆਪਾਂ ਸੁਣਦੇ ਹਾਂ ਸੰਸਾਰ ਦੀਆਂ ਦੁਨਿਆਵੀ ਗੱਲਾਂ, ਮਾਇਆ ਦੀਆਂ, ਨਿੰਦਿਆ ਚੁਗਲੀ, ਉਹ ਸੁਣਦੇ ਹਾਂ, ਅਸੀਂ ਉਹਨਾਂ 'ਚੋਂ ਰਸ ਲੈਂਦੇ ਹਾਂ। ਫਿਰ ਅਸੀਂ ਅੰਦਰਮੁਖੀ ਹੋ ਕੇ ਅੰਦਰੋਂ ਉਹ ਅਨਹਦ ਬਾਣੀ ਨੂੰ, ਉਹ ਸ਼ਬਦਾਂ ਨੂੰ ਸੁਣਨਾ ਸ਼ੁਰੂ ਕਰ ਦਿੰਦੇ ਹਾਂ। ਜਦੋਂ ਉਹਨਾਂ ਸ਼ਬਦਾਂ ਨੂੰ ਆਪਾਂ ਸੁਣਾਂਗੇ ਅੰਦਰੋਂ, ਫਿਰ ਇਹ ਸਾਡੇ ਜਿਹੜੇ ਕੰਨ ਇਹ ਅੰਤਰਮੁਖੀ ਹੋ ਜਾਂਦੇ। ਫਿਰ ਆਪਾਂ ਨੂੰ ਇਹ ਸੰਸਾਰ ਦੀਆਂ ਦੁਨਿਆਵੀ ਗੱਲਾਂ ਸੁਣਨ ਦਾ ਕੋਈ ਇਹਦੇ ਵਿੱਚ ਰਸ ਨਹੀਂ ਰਹਿੰਦਾ। ਜੇ ਕੋਈ ਆਪਣੇ ਕੋਲ ਸੰਸਾਰ ਦੀਆਂ ਗੱਲਾਂ ਕਰੇਗਾ ਵੀ, ਆਪਾਂ ਅੰਦਰਲੇ ਪਾਸੇ ਹੋ ਜਾਵਾਂਗੇ ਪਰਦੇ ਤੋਂ, ਮਾਲਕ ਦੀ ਆਵਾਜ਼ ਸੁਣਨੀ ਸ਼ੁਰੂ ਕਰ ਦਾਂਗੇ ਤੇ ਇਹ ਆਪਾਂ ਨੂੰ ਸੰਸਾਰ ਦੀਆਂ ਗੱਲਾਂ ਸੁਣਨਗੀਆਂ ਹੀ ਨਹੀਂ। ਸੋ ਇਸ ਵਾਸਤੇ ਫਿਰ ਆਪਣਾ ਜਿਹੜਾ ਫਿਰ ਉਹ ਸੁਣਨ ਵਾਲਾ ਸੁਭਾਅ ਉਹ ਬਦਲ ਜਾਂਦਾ ਹੈ। ਫਿਰ ਆਪਣੀ ਇਹ ਇੱਛਾ ਨਹੀਂ ਰਹਿੰਦੀ ਵੀ ਸੰਸਾਰ 'ਚ ਕੀ ਹੋ ਰਿਹਾ ਅਸੀਂ ਇਹਨਾਂ ਨੂੰ ਸੁਣੀਏ। ਨਹੀਂ ਤਾਂ ਪਹਿਲਾਂ ਜੀਵ ਦਾ ਜਿਹੜਾ ਸੁਭਾਅ ਹੁੰਦਾ ਸੰਸਾਰ ਦੇ ਵਿੱਚ, ਉਹ ਹੁੰਦਾ ਹੈ ਵੀ ਦੂਸਰਿਆਂ ਦੀ ਗੱਲ ਸੁਣੀਏ ਵੀ ਕੀ ਸੰਸਾਰ 'ਚ ਹੋ ਰਿਹਾ, ਕਿਹਦੇ ਘਰੇ ਕੀ ਹੋ ਰਿਹਾ, ਕੌਣ ਕੀ ਕਰ ਰਿਹਾ। ਸੁਣਨ ਦੀ ਇੰਨੀ ਜ਼ਿਆਦਾ ਜੀਵ ਨੂੰ ਤ੍ਰਿਸ਼ਨਾ ਹੈ ਬਈ ਜੇ ਕਿਤੇ ਕੋਈ ਜਾ ਰਿਹਾ, ਕੋਈ ਮਾੜੀ ਜਿਹੀ ਗੱਲ ਕਰ ਦੇਵੇ ਵੀ ਸੰਸਾਰ ਦੀ ਆ ਫਲਾਣੇ ਬੰਦੇ ਨੇ ਇੱਦਾਂ ਕੀਤਾ ਉਹਨੇ, ਅਤੇ ਉਹ ਜੀਵ ਦੇ ਅੰਦਰ ਇੰਨੀ ਜ਼ਿਆਦਾ ਤ੍ਰਿਸ਼ਨਾ ਸੁਣਨ ਦੀ ਹੁੰਦੀ ਵੀ ਪਹਿਲਾਂ ਪੂਰੀ ਗੱਲ ਦੱਸ ਕੇ ਜਾ, ਵੀ ਫੇਰ ਜਾਈ ਆਖੀ। ਬਈ ਜੇ ਉਹ ਕਿਸੇ ਦੀ ਨਖੇਦੀ ਕਰ ਰਿਹਾ, ਕਿਸੇ ਦੀ ਨਿੰਦਿਆ ਕਰ ਰਿਹਾ, ਤਾਂ ਇੰਨਾ ਜੀਵ ਰਸ ਲੈਂਦਾ ਹੈ ਵੀ ਇੱਕਦਮ ਸੁਚੇਤ ਹੋ ਜਾਂਦਾ ਵੀ ਅੱਛਾ ਹੋਰ ਦੱਸ, ਹੋਰ ਅੱਗੇ ਚੰਗੀ ਤਰ੍ਹਾਂ ਦੱਸ। ਮਤਲਬ ਇਹ ਕੀ ਵੀ ਸਾਡੇ ਕੰਨਾਂ ਦਾ ਰਸ, ਇਹਨੂੰ ਕਹਿੰਦੇ ਵੀ ਨਿੰਦਿਆ ਦਾ ਰਸ ਲੈਣਾ। ਅਤੇ ਉਹ ਜਦੋਂ ਫਿਰ ਆਪਾਂ ਇਹ ਸਤ ਸੰਗਤ ਕਰਦੇ ਹਾਂ, ਸਾਡੇ ਅੰਦਰ ਅਨਹਦ ਬਾਣੀ ਪ੍ਰਗਟ ਹੋ ਜਾਂਦੀ, ਫਿਰ ਸਾਡੇ ਕੰਨ ਇਹ ਰਸ ਲੈਣਾ ਬੰਦ ਕਰ ਦਿੰਦੇ ਨੇ। ਫਿਰ ਆਪਾਂ ਨੂੰ ਇਹ ਸੰਸਾਰ ਦੀਆਂ ਗੱਲਾਂ ਦੇ ਵਿੱਚ ਕੋਈ ਰਸ ਰਹਿੰਦਾ ਨਹੀਂ, ਸਾਡੀ ਇੱਛਾ ਨਹੀਂ ਰਹਿੰਦੀ ਵੀ ਆਪਾਂ ਸੁਣੀਏ। ਨਹੀਂ ਤਾਂ ਜੀਵ ਦੀ ਇੱਛਾ ਹੁੰਦੀ ਕਿਤੇ ਚਾਰ ਬੰਦੇ ਬੈਠੇ ਗੱਲਾਂ ਕਰਦੇ ਅਤੇ ਜਾ ਕੇ ਬੈਠਣਾ ਕੋਲੇ ਵੀ ਕੀ ਗੱਲਾਂ ਕਰਦੇ ਨੇ, ਜਾ ਕੇ ਰਸ ਲਈਏ, ਜਾਂ ਚਾਰ ਜਣੇ ਇਕੱਠੇ ਹੋ ਕੇ ਬੈਠੀਏ ਗੱਲਾਂ ਕਰੀਏ। ਇਸ ਲਈ ਫਿਰ ਕਹਿੰਦੇ ਵੀ ਇਹਨਾਂ ਦਾ ਸੁਭਾਅ ਜਿਹੜਾ ਉਹ ਸੁਭਾਅ ਬਦਲ ਗਿਆ, ਪਹਿਲਾਂ ਵਾਲਾ ਨਹੀਂ ਰਿਹਾ। ਪਹਿਲਾਂ ਜਿਹੜੀ ਇਹ ਨਿੰਦਿਆ ਚੁਗਲੀ ਸੁਣਦੇ ਸੀ, ਹੁਣ ਇਹ ਨਿੰਦਿਆ ਚੁਗਲੀ ਨਹੀਂ ਸੁਣਦੇ ਕਰ। ਹੁਣ ਮਾਲਕ ਦੀ ਬਾਣੀ ਅੰਦਰੋਂ ਸੁਣਦੇ, ਜਾਂ ਜਦੋਂ ਸਤ ਸੰਗਤ ਕਰਦੇ, ਮਾਲਕ ਦੇ ਗੁਣ ਗਾਉਂਦੇ, ਮਾਲਕ ਦੀ ਸਿਫਤਸਲਾ ਕਰਦੇ, ਉਹ ਫਿਰ ਕੰਨ ਨੇ ਜਿਹੜੇ ਇਹ ਸੁਣਨਾ ਸ਼ੁਰੂ ਕਰ ਦਿੰਦੇ ਨੇ। ਇਸੇ ਤਰ੍ਹਾਂ ਹੀ ਫਿਰ ਆਪਾਂ ਜਦੋਂ ਹੋਰ ਅਭਿਆਸ ਕਰਦੇ ਹਾਂ, ਗੁਰੂ ਦੀ ਸ਼ਰਨ 'ਚ ਚਲੇ ਜਾਂਦੇ ਹਾਂ। ਆਪਾਂ ਜਦੋਂ ਗੁਰੂ ਪਾਸ ਜਾਂਦੇ ਹਾਂ, ਉਹ ਫਿਰ ਸਾਡੀ ਇਹ ਦ੍ਰਿਸ਼ਟੀ ਬਦਲਦਾ ਹੈ। ਪਹਿਲਾਂ ਆਪਣੀ ਦ੍ਰਿਸ਼ਟੀ ਇਹ ਮਾਇਆ ਨੂੰ ਦੇਖਦੀ ਹੈ, ਆਪਾਂ ਸਰੀਰਾਂ ਨੂੰ ਦੇਖਦੇ ਹਾਂ, ਆਕਾਰਾਂ ਨੂੰ ਦੇਖੀ ਜਾਂਦੇ ਹਾਂ। ਦੇਖ ਦੇਖ ਕੇ ਆਕਾਰਾਂ ਨੂੰ, ਸੰਸਾਰ ਦੇ ਰੰਗ ਤਮਾਸ਼ੇ ਦੇਖ ਦੇਖ ਕੇ ਇਹ ਸਾਡੀਆਂ ਜਿਹੜੀਆਂ ਅੱਖਾਂ ਇਹ ਰੱਜਦੀਆਂ ਹੀ ਨਹੀਂ, ਇਹਨਾਂ ਨੂੰ ਸਬਰ ਸੰਤੋਖ ਆਉਂਦਾ ਹੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਇਹਨਾਂ ਅੱਖਾਂ ਨੂੰ ਸਬਰ ਸੰਤੋਖ ਆਉਂਦਾ ਹੀ, ਦੇਖੀ ਜਾਂਦੀਆਂ, ਦੇਖ ਦੇਖ ਕੇ ਰੱਜਦੀਆਂ ਨਹੀਂ, ਇਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਕਿਉਂਕਿ ਸਾਡੀ ਪਹਿਲਾਂ ਦ੍ਰਿਸ਼ਟੀ ਇਹ ਮਾਇਆ ਦੇ ਵਿੱਚ ਲੱਗੀ ਹੁੰਦੀ ਹੈ। ਸਰੀਰਾਂ ਨੂੰ ਮਾਇਆ ਕਹਿੰਦੇ। ਅਸੀਂ ਇਹ ਆਕਾਰਾਂ ਨੂੰ ਜਿੰਨਾ ਮਰਜ਼ੀ ਦੇਖੀ ਜਾਈਏ, ਇਹਨਾਂ ਨੂੰ ਦੇਖ ਦੇਖ ਕੇ ਸਾਡੀਆਂ ਇਹਨਾਂ ਅੱਖਾਂ ਨੂੰ ਸਬਰ ਸੰਤੋਖ ਆਉਂਦਾ ਨਹੀਂ ਹੈ।
ਫਿਰ ਆਪਾਂ ਨੂੰ ਗੁਰੂ ਸਮਝਾਉਂਦੇ ਵੀ ਹੁਣ ਅਸੀਂ ਇਹ ਦ੍ਰਿਸ਼ਟੀ ਦਾ ਕਿਵੇਂ ਇਸਤੇਮਾਲ ਕਰਨਾ, ਕਿਵੇਂ ਅਸੀਂ ਇੱਕ ਨਿਰੰਕਾਰ ਮਾਲਕ ਨੂੰ ਦੇਖਣਾ। ਫਿਰ ਉਹ ਆਪਣੀ ਦ੍ਰਿਸ਼ਟੀ ਜਿਹੜੀ ਪਰਮਾਤਮਾ ਦੇ ਵਿੱਚ ਲਗਾਉਂਦੇ ਨੇ, ਉਹ ਆਪਾਂ ਨੂੰ ਪਰਮਾਤਮਾ ਨਿਰੰਕਾਰ ਨੂੰ ਸਭ ਤੋਂ ਨੇੜੇ ਦਿਖਾ ਦਿੰਦੇ ਨੇ। ਮਹਾਰਾਜ ਫਰਮਾਉਂਦੇ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਵੇਖ। ਬਈ ਜਦੋਂ ਆਪਾਂ ਪਾਰ ਬ੍ਰਹਮ ਪਰਮਾਤਮਾ ਨੂੰ ਨੇੜੇ ਦੇਖਦੇ, ਫਿਰ ਜਦੋਂ ਨੇੜੇ ਦੇਖਦੇ ਹਾਂ ਮਾਲਕ ਨੂੰ, ਫਿਰ ਪਰਮਾਤਮਾ ਨੂੰ ਦੇਖ ਦੇਖ ਕੇ ਸਾਡੀਆਂ ਜਿਹੜੀਆਂ ਇਹ ਅੱਖਾਂ ਨੇ ਇਹਨਾਂ ਨੂੰ ਸਬਰ ਸੰਤੋਖ ਆਉਂਦਾ ਹੈ। ਫਿਰ ਆਪਾਂ ਦੇਖ ਦੇਖ ਕੇ ਸਤਿਗੁਰ ਦੀ ਸੇਵਾ ਕਰਦੇ ਹਾਂ। ਇਹ ਜਿਹੜੀ ਸਤਿਗੁਰ ਦੀ ਸੇਵਾ ਫਿਰ ਦ੍ਰਿਸ਼ਟੀ ਦੁਆਰਾ, ਨਜ਼ਰਾਂ ਦੁਆਰਾ ਕੀਤੀ ਜਾਂਦੀ ਹੈ। ਮਹਾਰਾਜ ਫਰਮਾਉਂਦੇ ਨਦਰੀ ਸਤਿਗੁਰ ਸੇਵੀਐ, ਨਦਰੀ ਸੇਵਾ ਹੋਏ, ਨਦਰੀ ਇਹ ਮਨ ਵਾਸਾ ਵੇ, ਨਦਰੀ ਮਨ ਨਿਰਮਲ ਹੋਏ। ਫਿਰ ਜਦੋਂ ਆਪਾਂ ਇਸ ਦ੍ਰਿਸ਼ਟੀ ਦੁਆਰਾ ਮਾਲਕ ਨੂੰ ਦੇਖਦੇ ਆ, ਉਦੋਂ ਆਪਣੀ ਦ੍ਰਿਸ਼ਟੀ ਬਦਲ ਜਾਂਦੀ। ਪਹਿਲਾਂ ਆਪਣੀ ਦ੍ਰਿਸ਼ਟੀ ਮਾਇਆ ਨੂੰ ਦੇਖਦੀ, ਆਕਾਰਾਂ ਨੂੰ, ਸਰੀਰਾਂ ਨੂੰ, ਫਿਰ ਇਹੋ ਦ੍ਰਿਸ਼ਟੀ ਮਾਲਕ ਨੂੰ ਦੇਖਣ ਲੱਗ ਜਾਂਦੀ। ਜਦੋਂ ਆਪਾਂ ਫਿਰ ਮਾਲਕ ਨੂੰ ਦੇਖਦੇ ਹਾਂ, ਫਿਰ ਇਹਨਾਂ ਨੇਤਰਾਂ ਨੂੰ ਸਬਰ ਸੰਤੋਖ ਆਉਂਦਾ ਹੈ। ਮਹਾਰਾਜ ਕਹਿੰਦੇ ਅੱਖੀਂ ਸੰਤੋਖੀਆ ਏਕਾ ਲੈਵਲ ਲਾਈ, ਮਨ ਸੰਤੋਖਿਆ ਦੂਜਾ ਭੋਗ ਪਾਏ। ਸੋ ਇਸ ਵਾਸਤੇ ਫਿਰ ਜਦੋਂ ਆਪਣੀ ਦ੍ਰਿਸ਼ਟੀ ਮਾਲਕ 'ਚ ਲੱਗ ਜਾਂਦੀ, ਚੌਥੀ ਸੁਣ ਦੇ ਵਿੱਚ ਲੱਗ ਜਾਂਦੀ, ਪ੍ਰਕਾਸ਼ ਦੇ ਵਿੱਚ, ਉਦੋਂ ਫਿਰ ਕਹਿੰਦੇ ਨੇ ਵੀ ਜਦੋਂ ਆਪਾਂ ਫਿਰ ਮਾਲਕ ਦੀ ਸੇਵਾ ਕਰਦੇ, ਦੇਖ ਦੇਖ ਕੇ ਫਿਰ ਉਹਦੀ ਸੇਵਾ ਕਰਨੀ, ਅਤੇ ਫਿਰ ਸਾਡੀ ਜੋਤ 'ਚ ਜੋਤ ਮਿਲਦੀ ਹੈ। ਫਿਰ ਆਪਣਾ ਦੇਖ ਦੇਖ ਕੇ ਮਾਲਕ ਦੇ ਨਾਲ ਪ੍ਰੀਤ ਪੈਂਦੀ, ਪ੍ਰੇਮ ਪੈਂਦਾ। ਜਿਵੇਂ ਪਹਿਲਾਂ ਆਪਣੀ ਪ੍ਰੀਤ ਪਈ ਆ ਮਾਇਆ ਦੇ ਨਾਲ, ਮਾਇਆ ਦੇ ਨਾਲ ਵੀ ਪ੍ਰੀਤ ਸਾਡੀ ਦੇਖ ਦੇਖ ਕੇ ਪਈ। ਅਸੀਂ ਮਾਇਆ ਨੂੰ ਦੇਖੀ ਜਾਂਦੇ ਹਾਂ, ਦੇਖ ਦੇਖ ਕੇ ਉਹ ਆਕਾਰ ਸਾਡੇ ਮਨ 'ਚ ਵੱਸ ਜਾਂਦੇ ਅੰਦਰ, ਅਤੇ ਸਾਡਾ ਜਿਹੜਾ ਪਿਆਰ ਫਿਰ ਇਹ ਮਾਇਆ ਦੇ ਨਾਲ ਪੈ ਜਾਂਦਾ ਹੈ। ਸੋ ਇਸੇ ਤਰ੍ਹਾਂ ਹੀ ਜਦੋਂ ਫਿਰ ਆਪਾਂ ਮਾਲਕ ਨੂੰ ਦੇਖਦੇ ਹਾਂ, ਲਗਾਤਾਰ ਦੇਖੀ ਜਾਵਾਂਗੇ, ਦੇਖੀ ਜਾਵਾਂਗੇ, ਫਿਰ ਦੇਖ ਦੇਖ ਕੇ ਆਪਣਾ ਪਿਆਰ ਮਾਲਕ ਨਾਲ ਪੈ ਜਾਂਦਾ ਹੈ। ਮਾਲਕ ਨਾਲ ਜਿਹੜਾ ਸਾਡਾ ਪਿਆਰ ਹੈ ਇਹ ਦੋ ਤਰਫਾ ਹੈ। ਪਰਮਾਤਮਾ ਤਾਂ ਆਪਾਂ ਨੂੰ ਪ੍ਰੇਮ ਕਰਦੇ ਕਰਦੇ, ਪਹਿਲਾਂ ਆਪਾਂ ਨਹੀਂ ਸੀ ਉਹਨੂੰ ਕਰਦੇ, ਉਹ ਤਾਂ ਆਪਾਂ ਨੂੰ ਦੇਖਦੇ, ਆਪਾਂ ਨਹੀਂ ਸੀ ਉਹਨੂੰ ਦੇਖਦੇ। ਫਿਰ ਜਦੋਂ ਗੁਰੂ ਭਰਮ ਦਾ ਪਰਦਾ ਪਾਸੇ ਕਰ ਦਿੰਦਾ ਅਤੇ ਆਪਾਂ ਵੀ ਦੇਖਣ ਲੱਗ ਜਾਂਦੇ ਮਾਲਕ ਨੂੰ। ਫਿਰ ਦੇਖ ਦੇਖ ਕੇ ਆਪਣਾ ਪ੍ਰੇਮ ਪੈਂਦਾ, ਪ੍ਰੀਤ ਪੈਂਦੀ ਹੈ। ਸੋ ਜਿਉਂ ਜਿਉਂ ਫਿਰ ਆਪਾਂ ਦੇਖਾਂਗੇ ਸਾਡੇ ਮਨ ਦੇ ਵਿੱਚ ਵਸ ਜਾਂਦਾ। ਜਿਵੇਂ ਆਪਾਂ ਕਿਸੇ ਆਕਾਰ ਨੂੰ ਦੇਖਦੇ, ਸਰੀਰਾਂ ਨੂੰ, ਸੰਸਾਰ ਵਿੱਚ ਮਾਇਆ ਨੂੰ ਦੇਖ ਦੇਖ ਕੇ ਮਾਇਆ ਸਾਡੇ ਮਨ ਦੇ ਵਿੱਚ ਵਸ ਜਾਂਦੀ। ਜਦੋਂ ਮਾਇਆ ਸਾਡੇ ਮਨ 'ਚ ਵਸ ਜਾਂਦੀ ਹੈ, ਆਪਾਂ ਕਿਸੇ ਨੂੰ ਅੱਖਾਂ ਬੰਦ ਕਰਕੇ ਵੀ ਚੇਤੇ ਕਰੀਏ ਅਤੇ ਉਹਦਾ ਆਕਾਰ ਆਪਣੇ ਸਾਹਮਣੇ ਆ ਜਾਂਦਾ ਸੂਖਮ। ਜਿਵੇਂ ਆਪਾਂ ਕਿਸੇ ਨੂੰ ਚੇਤੇ ਕਰਨਾ ਹੋਵੇ, ਅੱਖਾਂ ਬੰਦ ਕਰ ਲਈਆਂ ਅਤੇ ਬੰਦ ਕਰਨ ਦੇ ਨਾਲ ਵੀ ਉਹਦਾ ਆਕਾਰ ਆਪਣੇ ਸਾਹਮਣੇ ਆ ਜਾਏਗਾ, ਕਿਉਂਕਿ ਉਹ ਸਾਡੇ ਮਨ 'ਚ ਵਸਿਆ ਹੋਏ। ਜਦੋਂ ਫਿਰ ਆਪਾਂ ਪਰਮਾਤਮਾ ਨੂੰ ਦੇਖਦੇ ਹਾਂ, ਦੇਖ ਦੇਖ ਕੇ ਫਿਰ ਜਦੋਂ ਆਪਾਂ ਨੇਤਰ ਬੰਦ ਕਰ ਲੈਂਦੇ, ਉਹ ਸਾਡੇ ਮਨ 'ਚ ਵਸ ਜਾਂਦਾ। ਫਿਰ ਉਹ ਆਪਾਂ ਨੂੰ ਅੱਖਾਂ ਬੰਦ ਤੋਂ ਵੀ ਦਿਸਣਾ ਸ਼ੁਰੂ ਹੋ ਜਾਂਦਾ। ਫਿਰ ਜਿਉਂ ਜਿਉਂ ਆਪਾਂ ਮਾਲਕ ਨੂੰ ਦੇਖਾਂਗੇ ਅਤੇ ਫਿਰ ਸਾਡੇ ਅੰਦਰ ਜਿਹੜਾ ਪਿਆਰ ਆ ਉਹ ਉਤਪੰਨ ਹੁੰਦਾ ਹੈ। ਫਿਰ ਉਹ ਪਿਆਰ ਉਜਾਗਰ ਹੁੰਦਾ ਹੈ। ਜਦੋਂ ਆਪਣੇ ਅੰਦਰ ਪ੍ਰਗਟ ਹੋ ਜਾਂਦਾ, ਫਿਰ ਬੜਾ ਪਿਆਰ ਉੰਘਰਦਾ, ਫਿਰ ਬੜਾ ਪਿਆਰ ਹੁੰਦਾ ਬਈ ਹੁਣ ਪਿਆਰੇ ਨੂੰ ਦੇਖੀ ਜਾਈਏ, ਦੇਖ ਦੇਖ ਕੇ ਇਹਦੀ ਸੇਵਾ ਕੀਤੀ ਜਾਏਗੀ। ਫਿਰ ਆਪਾਂ ਨੂੰ ਕਹਿੰਦੇ ਵੀ ਜਦੋਂ ਦੇਖ ਦੇਖ ਕੇ ਲਗਾਤਾਰ ਆਪਾਂ ਦੇਖੀ ਜਾਂਦੇ, ਫਿਰ ਇੰਨਾ ਪਿਆਰ ਪੈ ਜਾਂਦਾ
ਵੀ ਫਿਰ ਛੱਡਣ ਨੂੰ ਚਿੱਤ ਨਹੀਂ ਕਰਦਾ। ਜਿਨ੍ਹਾਂ ਗੁਰਮੁਖਾਂ ਦੀ ਫਿਰ ਪ੍ਰੀਤ ਪੈ ਗਈ, ਫਿਰ ਉਹਨਾਂ ਨੇ ਬੇਨਤੀਆਂ ਕੀਤੀਆਂ ਵੀ ਜਦੋਂ ਤੂੰ ਵਿਸਰ ਜਾਂਦਾ, ਜਦੋਂ ਤੈਨੂੰ ਨਹੀਂ ਦੇਖਦੇ, ਤੇ ਸਾਡਾ ਜਿਹੜਾ ਮਨ ਬੜਾ ਦੁੱਖ ਮਹਿਸੂਸ ਕਰਦਾ। ਮਹਾਰਾਜ ਫਿਰ ਕਹਿੰਦੇ ਕੀ ਵਿਸਰੇ ਤਾਂ ਬਹੁਤਾ ਦੁੱਖ ਲਾਗੇ ਤੂੰ ਵਿਸਰ ਨਹੀਂ। ਵੀ ਫਿਰ ਬੇਨਤੀਆਂ ਹੀ ਹੈ ਜੋਦੜੀਆਂ ਵੀ ਤੂੰ ਹੁਣ ਵਿਸਰ, ਤੂੰ ਭੁੱਲ ਨਾ। ਵੀ ਜਦੋਂ ਤੂੰ ਭੁੱਲਦਾ ਤੇ ਸਾਡਾ ਮਨ ਦੁਖੀ ਹੁੰਦਾ, ਸਾਡਾ ਮਨ ਅਸ਼ਾਂਤ ਹੁੰਦਾ। ਜਿਸ ਤਰ੍ਹਾਂ ਫਿਰ ਸੰਸਾਰ 'ਚ ਆਪਣਾ ਕਿਸੇ ਦੇ ਨਾਲ ਪ੍ਰੇਮ ਹੋਵੇ ਤੇ ਉਹ ਪਿਆਰਾ ਆਪਾਂ ਤੋਂ ਦੂਰ ਜਾਵੇ ਤੇ ਆਪਾਂ ਨੂੰ ਤਕਲੀਫ ਹੁੰਦੀ, ਆਪਾਂ ਨੂੰ ਦੁੱਖ ਹੁੰਦਾ। ਇਸੇ ਤਰ੍ਹਾਂ ਹੀ ਜਦੋਂ ਸਾਡੀ ਮਾਲਕ ਦੇ ਨਾਲ ਪ੍ਰੀਤ ਪੈ ਜਾਂਦੀ ਹੈ, ਜੇ ਉਹਦੇ ਫਿਰ ਸਾਡੇ ਵਿੱਚ ਪੜਦਾ ਹੁੰਦਾ ਤੇ ਸਾਡਾ ਮਨ ਦੁੱਖ ਮਹਿਸੂਸ ਕਰਦਾ, ਤਕਲੀਫ ਮਹਿਸੂਸ ਕਰਦਾ ਹੈ। ਉਦੋਂ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਸਾਡਾ ਪਿਆਰ ਹੈਗਾ ਕਿ ਨਹੀਂ ਹੈਗਾ। ਜੇ ਤਾਂ ਸਾਡਾ ਪਿਆਰ ਹੈਗਾ ਫਿਰ ਤਾਂ ਮਨ ਦੁੱਖ ਮਹਿਸੂਸ ਕਰੇਗਾ, ਜੇ ਪਿਆਰ ਨਹੀਂ ਤੇ ਫਿਰ ਅਸੀਂ ਕੋਈ ਦੁੱਖ ਨਹੀਂ ਮਹਿਸੂਸ ਕਰਦੇ। ਜਿਵੇਂ ਸੰਸਾਰ ਦੇ ਵਿੱਚ ਜਿਹਦੇ ਨਾਲ ਤਾਂ ਆਪਣਾ ਪਿਆਰ ਹੈ, ਆਪਣੇ ਬੱਚੇ ਨੇ, ਹੋਰ ਆਪਣੇ ਸੰਗੀ ਸਾਥੀ, ਪਰਿਵਾਰ ਦੇ ਮੈਂਬਰ, ਜਿਹਦੇ ਨਾਲ ਆਪਣਾ ਪਿਆਰ, ਜੇ ਉਹ ਆਪਾਂ ਤੋਂ ਦੂਰ ਜਾਂਦਾ ਤੇ ਆਪਾਂ ਦੁੱਖ ਮਹਿਸੂਸ ਕਰਦੇ ਵੀ ਮੇਰਾ ਜੀਅ ਨਹੀਂ ਲੱਗਦਾ। ਕਿਉਂਕਿ ਜਿਹਦੇ ਨਾਲ ਪਿਆਰ ਕਰਦੇ ਸੀ ਉਹ ਦੂਰ ਚਲਾ ਗਿਆ। ਤੇ ਜਿਹਦੇ ਨਾਲ ਆਪਣਾ ਪਿਆਰ ਨਹੀਂ, ਉਹ ਚਾਹੇ ਜਿੱਥੇ ਮਰਜ਼ੀ ਚਲਾ ਜਾਵੇ, ਆਪਾਂ ਮਹਿਸੂਸ ਹੀ ਨਹੀਂ ਕਰਦੇ, ਕਿਉਂਕਿ ਉਹਦੇ ਨਾਲ ਪਿਆਰ ਨਹੀਂ ਹੈ ਆਪਣਾ। ਇਸੇ ਤਰ੍ਹਾਂ ਹੀ ਜਦੋਂ ਆਪਣਾ ਮਾਲਕ ਦੇ ਨਾਲ ਪਿਆਰ ਹੋਏਗਾ, ਜੇ ਤਾਂ ਉਹ ਸਾਨੂੰ ਭੁੱਲੇਗਾ, ਸਾਨੂੰ ਵਿਸਰੇਗਾ, ਸਾਡਾ ਮਨ ਦੁੱਖ ਮਹਿਸੂਸ ਕਰੇਗਾ। ਜੇ ਸਾਡਾ ਪਿਆਰ ਨਹੀਂ ਤੇ ਫਿਰ ਅਸੀਂ ਦੁੱਖ ਮਹਿਸੂਸ ਕਰਾਂਗੇ, ਫਿਰ ਤਾਂ ਭੁੱਲਿਆ ਹੀ ਹੋਇਆ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਸਾਰੀ ਕਹਾਣੀ ਹੈ ਪ੍ਰੇਮ ਦੀ। ਤੇ ਆਪਾਂ ਨੂੰ ਫਿਰ ਦੱਸਦੇ ਵੀ ਮਾਲਕ ਦੇ ਨਾਲ ਸਾਡੀ ਪ੍ਰੀਤ ਪੈ ਜਾਵੇ, ਸਾਡਾ ਪ੍ਰੇਮ ਪੈ ਜਾਵੇ, ਤੇ ਉਹਦੇ ਵਾਸਤੇ ਫਿਰ ਮਨ ਨੂੰ ਕਹਿੰਦੇ ਵੀ ਤੂੰ ਐਸੀ ਪ੍ਰੀਤ ਕਰ ਵੀ ਹਰ ਸਮੇਂ ਮਾਲਕ ਨੂੰ ਨੇੜੇ ਸਮਝ। ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪਹਿਰ ਪ੍ਰਭ ਜਾਨੋ ਨੇੜੇ। ਬਈ ਮਾਲਕ ਨੂੰ ਅੱਠੇ ਪਹਿਰ ਨੇੜੇ ਸਮਝ, ਇਹ ਨਾ ਸਮਝ ਬਈ ਉਹ ਦੂਰ ਹੈ। ਹਰ ਸਮੇਂ ਉਹ ਸਾਡੇ ਨਾਲ। ਜੋ ਵੀ ਆਪਾਂ ਬੋਲਦੇ ਹਾਂ ਸਭ ਤੋਂ ਪਹਿਲਾਂ ਮਾਲਕ ਹੀ ਸੁਣਦਾ। ਜੋ ਵੀ ਆਪਾਂ ਕਰਦੇ ਹਾਂ ਮਾਲਕ ਸਾਹਮਣੇ ਦੇਖਦਾ। ਸੋ ਇਸ ਵਾਸਤੇ ਮਨ ਨੂੰ ਕਹਿੰਦੇ ਵੀ ਤੂੰ ਇਹ ਨਾ ਸਮਝ ਵੀ ਪਰਮਾਤਮਾ ਮੈਨੂੰ ਕਿਹੜਾ ਦੇਖਦਾ ਹੈ ਜਾਂ ਮੈਨੂੰ ਕਿਹੜਾ ਸੁਣਦਾ ਹੈ। ਆਪਣੇ ਮਨ ਨੂੰ ਸਮਝਾਉਂਦੇ ਵੀ ਉਹ ਹਰ ਸਮੇਂ ਸਾਨੂੰ ਦੇਖ ਵੀ ਰਿਹਾ। ਜੋ ਅਸੀਂ ਬੋਲਦੇ ਹਾਂ ਸਭ ਤੋਂ ਪਹਿਲਾਂ ਉਹੀ ਸੁਣਦਾ, ਚਾਹੇ ਅਸੀਂ ਚੰਗਾ ਬੋਲੀਏ ਚਾਹੇ ਅਸੀਂ ਮੰਦਾ ਬੋਲੀਏ। ਸਭ ਤੋਂ ਪਹਿਲਾਂ ਸਾਡੀ ਆਵਾਜ਼ ਮਾਲਕ ਤੱਕ ਹੀ ਪਹੁੰਚਣੀ ਹੈ, ਉਹਨੇ ਪਹਿਲਾਂ ਸੁਣਨਾ, ਬਾਕੀ ਬਾਅਦ 'ਚੋਂ ਸੁਣਦੇ ਨੇ। ਸੋ ਇਸ ਲਈ ਫਿਰ ਮਨ ਨੂੰ ਕਹਿੰਦੇ ਵੀ ਸਦਾ ਉਹ ਸਾਨੂੰ ਦੇਖਦਾ ਵੀ ਹੈ, ਸਾਡੀ ਸੁਣਦਾ ਵੀ ਹੈ, ਅਤੇ ਉਹ ਸਦਾ ਬੋਲਦਾ ਵੀ ਹੈ। ਮਹਾਰਾਜ ਫਰਮਾਉਂਦੇ ਹੈ ਮਨ ਮਤ ਜਾਣ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਬਈ ਸਾਨੂੰ ਸਦਾ ਹੀ ਜੀਵਾਂ ਨੂੰ ਦੇਖਦਾ ਹੈ, ਸਦਾ ਹੀ ਸਾਡੀ ਸੁਣਦਾ ਹੈ ਅਤੇ ਸਦਾ ਹੀ ਬੋਲਦਾ ਹੈ। ਹੁਣ ਇਸ ਲਈ ਫਿਰ ਮਨ ਨੂੰ ਕਹਿੰਦੇ ਬਈ ਤੂੰ ਇਹ ਚੇਤੇ ਰੱਖ, ਤੂੰ ਭੁੱਲ ਨਾ। ਬਈ ਜੋ ਵੀ ਤੂੰ ਕਰ ਰਹੇ ਹੈ ਮਾਲਕ ਦੇਖ ਰਿਹਾ, ਉਹ ਤੋਂ ਕੁਝ ਵੀ ਛੁਪਦਾ ਨਹੀਂ ਹੈ। ਮਹਾਰਾਜ ਕਹਿੰਦੇ ਮਨ ਮੂੜੇ ਦੇਖ ਰਿਓ ਪ੍ਰਭ ਸੁਆਮੀ, ਜੋ ਕਿਛ ਕਰੇ ਸੋਈ ਸੋਈ ਜਾਣੇ, ਰਹੇ ਨਾ ਕਛੂ ਏਸ਼ਾਨੀ। ਬਈ ਉਹ ਤੋਂ ਅਸੀਂ ਕੁਛ ਛੁਪਾ ਨਹੀਂ ਸਕਦੇ, ਉਹ ਸਾਡੇ ਅੰਦਰ ਦੀ ਜਾਣਦਾ, ਅੰਤਰਜਾਮੀ, ਸਾਨੂੰ ਅੰਦਰੋਂ ਵੀ ਦੇਖਦਾ ਅਤੇ ਬਾਹਰੋਂ ਵੀ ਦੇਖਦਾ। ਇਸ ਲਈ ਮਹਾਰਾਜ ਕਹਿੰਦੇ ਅੱਗੋਂ ਦੇਖੇ ਪਿੱਛੋਂ ਦੇਖੇ ਤੇ ਇਸ 'ਤੇ ਕਹਾਂ ਛੁਪਾਵੇ, ਉਹ ਤੋਂ ਅਸੀਂ ਕੁਛ ਛੁਪਾ ਨਹੀਂ ਸਕਦੇ। ਸੋ ਜਦੋਂ ਫਿਰ ਆਪਾਂ ਨੂੰ ਇਹ ਸਾਰਾ ਭੇਦ ਆ ਜਾਂਦਾ
फिर सानू पता लगता है भी वो सानू अंदरों बाहरों देखता है। फिर अपना जिहड़ा मन है इहदे विच बदलाव आता है। नहीं तो जद तक सानू ये ज्ञान नहीं, सोझी नहीं, ताइयों जीव फिर ये सारा वैर विरोध करता है, ताइयों नफरत च जाता है, ताइयों किसी की निंदिया करता है भी मैनू किहड़ा कोई सुनता है। जे सानू ये ज्ञान होवे भी जो असीं किसी की निंदिया करते साडा माता पिता मालक सुन रहे है, जिहदी करते हैं वो तो नहीं सुनता क्योंकि वो जीव मूँह ते तो करता नहीं, वो तो पिठ पिछे ही करता है। जे सानू ज्ञान होएगा भी मालक सुन रहे है फिर असीं करांगे नहीं बई मालक नूं ये साडे बोले होए जिहड़े वचन ये भाउंदे नहीं, किसी की निंदिया नूं चंगी नहीं लगती, फिर असीं करांगे नहीं। किसी दे औगण जी फरोलदा है बाਅਦ ਦੇ ਵਿੱਚ, ਤੇ ਜਦੋਂ ਆਪਾਂ ਨੂੰ ਇਹ ਸੋਝੀ ਹੋਏਗੀ ਵੀ ਜਦੋਂ ਅਸੀਂ ਕਿਸੇ ਦੇ ਔਗਣ ਫਰੋਲਾਂਗੇ ਉਹਦੀ ਨਖੇਦੀ ਕਰਾਂਗੇ ਵੀ ਮਾਲਕ ਦੇਖ ਰਿਹਾ ਤੇ ਸਾਨੂੰ ਸੁਣ ਵੀ ਰਿਹਾ, ਫਿਰ ਅਸੀਂ ਕਰਾਂਗੇ ਨਹੀਂ। ਬਈ ਮਾਲਕ ਦੀ ਨਜ਼ਰ ਦੇ ਹੇਠ ਅਸੀਂ ਫਿਰ ਜੇ ਆਉਣਾ ਚਾਹੁੰਦੇ ਹਾਂ, ਜੇ ਅਸੀਂ ਆਪਦੇ ਜੀਵਨ ਦਾ ਲਾਹਾ ਕੱਟਣਾ ਚਾਹੁੰਦੇ ਹਾਂ, ਮਾਲਕ ਨੂੰ ਮਿਲਣਾ ਚਾਹੁੰਦੇ ਹਾਂ, ਜੇ ਅਸੀਂ ਉਹਦੇ ਨਾਲ ਪ੍ਰੇਮ ਪਾਉਣਾ ਚਾਹੁੰਦੇ ਹਾਂ, ਫਿਰ ਤਾਂ ਅਸੀਂ ਇਹ ਕੁਝ ਨਹੀਂ ਕਰਾਂਗੇ। ਜੇ ਅਸੀਂ ਜੀਵਨ ਦਾ ਲਾਹਾ ਨਹੀਂ ਕੱਟਣਾ ਚਾਹੁੰਦੇ, ਸਾਨੂੰ ਗਿਆਨ ਨਹੀਂ, ਸੋਝੀ ਨਹੀਂ, ਫਿਰ ਅਸੀਂ ਕਰਾਂਗੇ, ਫਿਰ ਨਿੰਦਿਆ ਵੀ ਕਰੀ ਜਾਵਾਂਗੇ, ਫਿਰ ਵੈਰ ਵਿਰੋਧ ਵੀ ਕਰੀ ਜਾਵਾਂਗੇ, ਫਿਰ ਇਹ ਸਾਰਾ ਕੁਝ ਹੀ ਕਰਾਂਗੇ ਵੀ ਸਾਨੂੰ ਕਿਹੜਾ ਕੋਈ ਦੇਖ ਰਿਹਾ। ਉਹ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜਦੋਂ ਆਪਾਂ ਫਿਰ ਇਹ ਸਤ ਸੰਗਤ ਕਰਦੇ ਹਾਂ ਫਿਰ ਇਹ ਸਾਨੂੰ ਭੇਤ ਆਉਂਦਾ, ਅਤੇ ਫਿਰ ਜਦੋਂ ਭੇਤ ਆਉਂਦਾ ਫਿਰ ਹੀ ਸਾਡਾ ਮਨ ਸੁਖੀ ਹੁੰਦਾ। ਬਈ ਇਹਨੂੰ ਜਦੋਂ ਪਤਾ ਲੱਗ ਜਾਂਦਾ ਵੀ ਮਾਲਕ ਦੇਖਦਾ, ਫਿਰ ਇਹ ਮਾਲਕ ਦੇ ਭੈ ਵਿੱਚ ਆ ਜਾਂਦਾ। ਜਿਹੜਾ ਮਾਲਕ ਦਾ ਭੈ ਹੈ ਉਹ ਸਾਡੇ ਮਨ ਨੂੰ ਨਿਰਮਲ ਕਰ ਦਿੰਦਾ। ਇੱਕ ਤਾਂ ਹੁੰਦੇ ਸੰਸਾਰ ਦੇ ਭੈ, ਦੁਨਿਆਵੀ ਡਰ, ਹੋਰਾਂ ਜੀਵਾਂ ਦੇ ਵੀ ਆਹ ਕੀ ਕਹਿਣਗੇ ਜਾਂ ਉਹ ਕੀ ਕਹਿਣਗੇ, ਇਹ ਸੰਸਾਰ ਦੇ ਡਰ ਨੇ, ਸੰਸਾਰ ਦੇ ਭੈ ਨੇ। ਸੰਸਾਰੀ ਭੈ, ਸੰਸਾਰ ਦੇ ਡਰ ਤਾਂ ਸਾਨੂੰ ਚਿੰਤਾਵਾਂ ਫਿਕਰਾਂ 'ਚ ਲੈ ਜਾਂਦੇ, ਉਹ ਸਾਡੇ ਮਨ ਨੂੰ ਹੋਰ ਕਮਜ਼ੋਰ ਕਰ ਦਿੰਦੇ। ਜੇ ਅਸੀਂ ਪਰਮਾਤਮਾ ਦਾ ਭੈ ਰੱਖੀਏ, ਮਾਲਕ ਦਾ, ਉਹਦਾ ਜਿਹੜਾ ਭੈ ਹੈ ਉਹ ਸਾਡੇ ਮਨ ਨੂੰ ਨਿਰਮਲ ਕਰ ਦਿੰਦਾ। ਪਰਮਾਤਮਾ ਦੇ ਭੈ ਤੋਂ ਹੀ ਫਿਰ ਅੱਗੇ ਪ੍ਰੇਮ ਪੈਦਾ ਹੁੰਦਾ। ਪਹਿਲਾਂ ਸਾਡੇ ਅੰਦਰ ਉਹਦਾ ਭੈ ਪੈਦਾ ਹੁੰਦਾ, ਡਰ। ਵੀ ਜਦੋਂ ਸਾਨੂੰ ਮਾਲਕ ਦਾ ਡਰ ਹੋਏਗਾ ਫਿਰ ਅਸੀਂ ਕੋਈ ਐਸੀ ਗੱਲ ਮੁੱਖ 'ਚੋਂ ਕੱਢਾਂਗੇ ਨਹੀਂ ਵੀ ਜਿਹੜੀ ਸਾਡੇ ਮਾਤਾ ਪਿਤਾ ਨੂੰ ਚੰਗੀ ਨਾ ਲੱਗੇ। ਉਹਨੂੰ ਕਹਿੰਦੇ ਨੇ ਵੀ ਇਹਨਾਂ ਦਾ ਅੰਦਰ ਭੈ ਹੈ, ਕਿਹਦਾ? ਮਾਲਕ ਦਾ। ਇਹ ਤਾਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਵੀ ਇਹਨਾਂ ਦੇ ਅੰਦਰ ਭੈ ਹੈ ਪਰਮਾਤਮਾ ਦਾ, ਵੀ ਉਹਨੇ ਸੁਣ ਲੈਣੀ ਹੈ। ਸੋ ਜਦੋਂ ਫਿਰ ਅਸੀਂ ਇਸ ਤਰ੍ਹਾਂ ਮਾਲਕ ਦੇ ਭੈ 'ਚ ਚੱਲਾਂਗੇ ਫਿਰ ਸਾਡੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ। ਤਾਈਓਂ ਮਹਾਰਾਜ ਸਾਨੂੰ ਸਮਝਾਉਂਦੇ, ਕਹਿੰਦੇ ਭੈ ਬਿਨ ਲਾਗ ਨਾ ਲੱਗਈ, ਨਾ ਮਨ ਨਿਰਮਲ ਹੋਈ। ਬਈ ਜੇ ਸਾਨੂੰ ਮਾਲਕ ਦਾ ਭੈ ਨਹੀਂ, ਉਹਦਾ ਡਰ ਨਹੀਂ, ਅਤੇ ਫਿਰ ਸਾਡੇ ਅੰਦਰ ਕਦੇ ਪ੍ਰੇਮ ਪੈਦਾ ਨਹੀਂ ਹੁੰਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਮਾਲਕ ਦੇ ਜਿਹੜੇ ਗੁਣ ਨੇ ਸਾਡੇ ਅੰਦਰ ਫੇਰ ਹੀ ਟਿਕਦੇ ਜੇ ਸਾਨੂੰ ਉਹਦਾ ਭੈ ਹੈ। ਤਾਈਓਂ ਮਹਾਰਾਜ ਕਹਿੰਦੇ ਹਰ ਗੁਣ ਹਿਰਦੇ ਤਿਸ ਕੇ ਟਿਕੇ, ਜਿਸ ਅੰਦਰ ਭਉ ਭਾਵਨੀ ਹੋਈ। ਵੀ ਜਿਹਦੇ ਅੰਦਰ ਭੈ ਹੈ, ਭਾਵਨਾ ਹੈ, ਉਹਦੇ ਹਿਰਦੇ 'ਚ ਮਾਲਕ ਦਾ ਗੁਣ ਟਿਕਦਾ। ਜੇ ਸਾਡੇ ਅੰਦਰ ਮਾਲਕ ਦਾ ਭੈ ਹੀ ਨਹੀਂ ਅਤੇ ਫਿਰ ਕਿੱਥੇ ਗੁਣ ਟਿਕੇਗਾ ਮਾਲਕ ਦਾ। ਇਸ ਵਾਸਤੇ ਫਿਰ ਗੁਰਬਾਣੀ 'ਚ ਆਪਾਂ ਨੂੰ ਇਹ ਦੋਵੇਂ ਹੀ ਸਿਖਾਏ ਨੇ, ਦੋਵਾਂ ਹੀ ਸਮਝਾਇਆ ਵੀ ਸਾਡੀ ਜਿਹੜੀ ਸੁਰਤੀ, ਸਾਡਾ ਮਨ, ਉਹ ਦੋ ਤਰੀਕੇ ਨਾਲ ਇਕਾਗਰ ਹੁੰਦਾ, ਜਾਂ ਪ੍ਰੇਮ ਦੇ ਨਾਲ ਅਤੇ ਜਾਂ ਭੈ ਦੇ ਨਾਲ, ਡਰ ਦੇ ਨਾਲ। ਜੇ ਸਾਨੂੰ ਮਾਲਕ ਦਾ ਭੈ ਹੋਏਗਾ ਤਾਂ ਵੀ ਸਾਡਾ ਮਨ ਰੁਕ ਜੇ ਵਿਚਾਰਾਂ ਤੋਂ, ਅਤੇ ਜੇ ਸਾਡੇ ਅੰਦਰ ਪ੍ਰੇਮ ਹੋਏਗਾ ਤਾਂ ਵੀ ਰੁਕ ਜੇ।
ਹੁਣ ਜੇ ना तो साडे अंदर भै है तो ना सानू प्रेम है तो फिर नहीं रुकता, फिर भज्या ही फिरदा विचारां च। इस वास्ते फिर आपां नूं समझाउंदे भी भै भी साडे अंदर फिर पैदा हुंदा जदों सानू ज्ञान हुंदा। जिवें हुण आपां नूं सतगुरु ज्ञान दिंदे भी मालक सानू देख रहे भी जो असीं बोलांगे सब तो पहलां उहिओ सुनेगा, ते फिर ही सानू जदों ज्ञान होएगा फिर ही असीं भै मन्नांगे भी सानू देख रहे है। जे सानू ज्ञान नहीं तो ताइयों साडा मन भै च नहीं आउंदा है। इस वास्ते फिर आपां नूं कहंदे मन नूं घर लैके जाण वास्ते ये दो तरीके ने, एक सिमरन अभ्यास ते दूजा गुरु दी मत। महाराज कहंदे ये मनुआ क्यों कर वस आवे, गुर प्रसादी ठाकीए ज्ञान मती करावे। भी गुरु दी मत लैके इस नूं असीं घर वापस लिजा सकते ते नाल नाल ये अभ्यास करके ज्यों-ज्यों आपां फिर सिमरन करांगे त्यों-त्यों सानू ज्ञान भी फिर ही होना। जे जीव सिमरन नहीं करदा उहनूं ज्ञान भी नहीं हुंदा। ताइयों फिर आपां नूं समझाउंदे भी पहलां सिमरन करो, अभ्यास करके मन नूं जागत अवस्था च लैके आओ, फिर गुरबाणी गुरु नूं पढ़ो ताकि सानू गुरबाणी गुरु की समझ लग सके। फिर ही अपने अंदर ही जिहड़ा ज्ञान है ज्ञान का वासा हुंदा। ज्यों-ज्यों असीं अभ्यास करांगे, जे असीं अभ्यास नहीं करते मन तो टिकेगा नहीं, तो फिर साडे अंदर ज्ञान भी नहीं टिकेगा। इस वास्ते फिर आपां नूं कहंदे भी ये दोवें जरूरी ने, सिमरन भी ते नाल सानू ज्ञान भी होना जरूरी है। बई असीं सिमरन करना काहदे वास्ते करना, ये सानू ज्ञान होना जरूरी है। ਜਾਂ ਅਸੀਂ ਗੁਰਬਾਣੀ पढ़ते हैं काहदे वास्ते पढ़नी है, ये सानू ज्ञान होना जरूरी है। सो इस करके फिर आपां नूं समझाउंदे भी ये नाल नाल सानू सिमरन दे नाल नाल सतगुरु ये ज्ञान दिंदे। सो आओ हुण जो आपां नूं कहिंदे भी सिमरन अभ्यास करन नूं जिहदे नाल फिर साडे मन नूं ज्ञान होना सोझी आउणी है, ਉਹ आपां नूं महाराज दसदे सास गिरा सिमरन। आओ सारे गुरमुख प्यारे करो जी शुरू। वाहिगुरू 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 वाहिगुरू
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨੂੰ ਗੁਰਮੁਖੋ ਜਿਉਂ ਆਪਾਂ ਇਹ ਅਭਿਆਸ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਆਪਾਂ ਨੂੰ ਸੋਝੀ ਹੁੰਦੀ ਹੈ, ਫਿਰ ਆਪਾਂ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਨੇ ਫਿਰ ਸੁੱਖ ਦੀ ਪ੍ਰਾਪਤੀ ਕੀਤੀ ਉਹਨਾਂ ਨੇ ਹੀ ਫਿਰ ਆਪਾਂ ਨੂੰ ਦੱਸਿਆ ਭਾਈ ਰੇ ਸੁੱਖ ਸਾਧ ਸੰਗ ਪਾਇਆ, ਵੀ ਅਸੀਂ ਫੇਰ ਸੁਖੀ ਹੋਏ ਸਤ ਸੰਗਤ ਕਰਕੇ। ਤੇ ਆਪਾਂ ਨੂੰ ਫਿਰ ਸਮਝਾਉਂਦੇ ਵੀ ਜਿਉਂ-ਜਿਉਂ ਆਪਾਂ ਸੁਖੀ ਹੋਵਾਂਗੇ ਫੇਰ ਹੀ ਆਪਾਂ ਕਿਸੇ ਹੋਰ ਨੂੰ ਸੁੱਖ ਦੇ ਸਕਦੇ। ਜਿੰਨਾ ਆਪਾਂ ਸੁਖੀ ਹੋਵਾਂਗੇ ਉਨਾ ਹੀ ਹੋਰ ਨੂੰ ਸੁੱਖ ਮਿਲੇਗਾ। ਜਿਹੜਾ ਵੀ ਆਪਣਾ ਸੰਗ ਕਰੇਗਾ, ਜਿਵੇਂ ਹੁਣ ਆਪਾਂ ਕਹਿੰਦੇ ਹਾਂ ਵੀ ਸਾਡੇ ਮਾਂ ਪਿਓ ਨੇ, ਸਾਡੇ ਭੈਣ ਭਰਾ ਨੇ, ਸਾਡੇ ਬੱਚੇ, ਸਾਡੇ ਹੋਰ ਸੰਗੀ ਸਾਥੀ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਹੁਣ ਜੇ ਆਪਾਂ ਉਹਨਾਂ ਨੂੰ ਸੁੱਖ ਦੇਣਾ ਚਾਹੁੰਦੇ ਹਾਂ ਤੇ ਫਿਰ ਸਾਨੂੰ ਇਹ ਸਾਡੀ ਦ੍ਰਿਸ਼ਟੀ ਨੂੰ ਬਦਲਣਾ ਹੋਵੇਗਾ। ਜੇ ਅਸੀਂ ਗੁਰੂ ਦੀ ਮੱਤ ਦੁਆਰਾ ਇਹ ਦ੍ਰਿਸ਼ਟੀ ਨੂੰ ਬਦਲ ਲਾਂਗੇ ਤੇ ਫਿਰ ਉਹਨਾਂ ਨੂੰ ਸੁੱਖ ਸਹਿਜ ਸੁਭਾਈ ਮਿਲ ਜਾਏਗਾ। ਜੇ ਆਪਾਂ ਆਪ ਹੀ ਦੁਖੀ ਹਾਂ ਤੇ ਫਿਰ ਆਪਾਂ ਕਿਸੇ ਨੂੰ ਸੁੱਖ ਕੀ ਦੇਵਾਂਗੇ ਜਦੋਂ ਅਸੀਂ ਆਪ ਹੀ ਦੁਖੀ ਹਾਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਪਹਿਲਾਂ ਤੁਸੀਂ ਆਪ ਸੁਖੀ ਹੋਵੋ। ਪਹਿਲਾਂ ਆਪਾਂ ਆਪ ਸਾਡੇ ਜਿਹੜੇ ਬਚਨ ਨੇ, ਸਾਡੇ ਬਚਨ ਬਦਲ ਜਾਣ, ਆਪਣੇ ਬਚਨ ਅੰਮ੍ਰਿਤਮਈ ਹੋ ਜਾਣ। ਸਾਡੇ ਜਿਹੜੇ ਕੰਨ ਨੇ, ਕੰਨ ਬਦਲ ਜਾਣ, ਅੰਦਰੋਂ ਸੁਣਨਾ ਸ਼ੁਰੂ ਕਰ ਦੇਣ। ਸਾਡੇ ਜਿਹੜੇ ਨੇਤਰ ਦ੍ਰਿਸ਼ਟੀ ਬਦਲ ਜੇ, ਮਾਲਕ ਨੂੰ ਦੇਖਣ ਲੱਗ ਜੇ। ਜਦੋਂ ਆਪਾਂ ਆਪ ਸੁਖੀ ਹੋ ਜਾਵਾਂਗੇ ਤੇ ਫਿਰ ਜਿਹੜਾ ਇਹ ਗੁਰਮੁਖ ਇਸ ਤਰ੍ਹਾਂ ਸੁਖੀ ਹੈ, ਜਿਹੜਾ ਉਹਦਾ ਸੰਗ ਕਰਦਾ ਹੈ, ਉਹਦੇ ਕੋਲ ਆ ਕੇ ਬੈਠੇਗਾ ਤੇ ਉਹਨੂੰ ਸੁੱਖ ਮਿਲੇਗਾ ਹੀ ਮਿਲੇਗਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸੁੱਖ ਕਿਵੇਂ ਮਿਲਦਾ? ਸਾਧੂ ਦਾ ਸੰਗ ਕਰਕੇ, ਕਿਉਂਕਿ ਸਾਧੂਆਂ ਦੀ ਇਹ ਦ੍ਰਿਸ਼ਟੀ ਹੁੰਦੀ, ਮਾਲਕ ਨੂੰ ਦੇਖਦੇ, ਕੰਨਾਂ ਦੁਆਰਾ ਮਾਲਕ ਦੀ ਆਵਾਜ਼, ਨਾਦ ਨੂੰ, ਨਾਮ ਨੂੰ ਸੁਣਦੇ, ਮੁੱਖ ਦੁਆਰਾ ਮਾਲਕ ਦੀ ਸਿਫਤ ਸਲਾਹ ਕਰਦੇ, ਵਡਿਆਈ ਕਰਦੇ, ਉਹਨਾਂ ਕੋਲ ਸੁੱਖ ਹੈ।
ਤੇ ਜਿਹੜਾ ਉਹਨਾਂ ਦਾ ਸੰਗ ਕਰਦਾ ਤਾਂ ਉਹ ਵੀ ਸੁਖੀ ਹੋ ਜਾਂਦਾ ਹੈ। ਹੁਣ ਜੇ ਆਪਾਂ ਆਪ ਅਭਿਆਸ ਨਹੀਂ ਕਰਦੇ, ਆਪਾਂ ਆਪ ਦੁਖੀ ਹਾਂ, ਤੇ ਫਿਰ ਆਪਾਂ ਕਿਸੇ ਨੂੰ ਕਿੱਥੋਂ ਸੁੱਖ ਦੇ ਦਾਂਗੇ। ਇਹੋ ਕਾਰਨ ਹੈ ਸੰਸਾਰ ਦੇ ਵਿੱਚ ਬਈ ਹਰ ਇੱਕ ਜੀਵ ਸੁਖੀ ਹੋਣਾ ਚਾਹੁੰਦਾ ਵੀ ਹੈ ਤੇ ਸੁੱਖ ਦੇਣਾ ਵੀ ਚਾਹੁੰਦਾ। ਵੀ ਜਿਵੇਂ ਮਾਂ ਪਿਓ ਬੱਚਿਆਂ ਨੂੰ ਸੁੱਖ ਦੇਣਾ ਚਾਹੁੰਦੇ ਵੀ ਇਹ ਸੁਖੀ ਹੋਣ, ਬੱਚੇ ਚਾਹੁੰਦੇ ਚਲੋ ਅਸੀਂ ਵੀ ਸੁੱਖ ਦੇਈਏ ਉਹਨਾਂ ਨੂੰ, ਪਰ ਸੁੱਖ ਦੇ ਪਾ ਨਹੀਂ ਰਹੇ, ਹੈ ਸਾਰੇ ਦੁਖੀ ਨੇ। ਉਹ ਤਾਂ ਨਹੀਂ ਸੁੱਖ ਪਹੁੰਚਦਾ ਉਹਨਾਂ ਤੱਕ ਕਿਉਂਕਿ ਸਾਡੇ ਕੋਲ ਸੁੱਖ ਹੈ ਹੀ ਨਹੀਂ ਦੇਣ ਨੂੰ। ਅਸੀਂ ਸੁੱਖ ਸਮਝਦੇ ਹਾਂ ਸੰਸਾਰ ਦੇ ਪਦਾਰਥਾਂ ਦੇ ਵਿੱਚ, ਮਾਇਆ ਦੇ ਵਿੱਚ, ਵੀ ਇਹਦੇ ਨਾਲ ਅਸੀਂ ਸੁਖੀ ਕਰ ਦਾਂਗੇ ਉਹਨਾਂ ਨੂੰ। ਇਹਦੇ ਨਾਲ ਨਾ ਤਾਂ ਅਸੀਂ ਆਪ ਸੁਖੀ ਹੋਏ ਤੇ ਉਹਨਾਂ ਨੂੰ ਅਸੀਂ ਕਿਵੇਂ ਸੁਖੀ ਕਰ ਦਾਂਗੇ ਜਦੋਂ ਸਾਨੂੰ ਹੀ ਨਹੀਂ ਸੁੱਖ ਮਿਲੇ। ਉਹ ਇਸ ਵਾਸਤੇ ਫਿਰ ਮਹਾਰਾਜ ਜੀ ਦੱਸਦੇ ਆਪਾਂ ਨੂੰ ਵੀ ਸੁੱਖ ਹੈ ਜਿਹੜਾ ਉਹ ਨਾਮ ਦੇ ਵਿੱਚ, ਨਾਮ ਤੋਂ ਬਿਨਾਂ ਹੋਰ ਸੰਸਾਰ 'ਚ ਕਿਤੇ ਸੁੱਖ ਹੈ ਨਹੀਂ ਹੈ। ਮਹਾਰਾਜ ਕਹਿੰਦੇ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਉਹ ਇਸ ਵਾਸਤੇ ਜਦੋਂ ਇਹ ਸਾਡੇ ਮਨ ਨੂੰ ਸੋਝੀ ਆ ਜਾਏਗੀ, ਭੇਤ ਆ ਜਾਏਗਾ, ਫਿਰ ਇਹ ਆਪ ਯਤਨ ਕਰੇਗਾ ਵੀ ਮੈਂ ਸੁਖੀ ਹੋਵਾਂ, ਤੇ ਜਦੋਂ ਫਿਰ ਇਹ ਸੁਖੀ ਹੋ ਜਾਏਗਾ ਤੇ ਫਿਰ ਅੱਗੇ ਵੀ ਸੁੱਖ ਦੇ ਸਕਦਾ। ਸੋ ਇਸ ਵਾਸਤੇ ਆਪਾਂ ਹੁਣ ਕੋਸ਼ਿਸ਼ ਕਰਨੀ ਸੁਖੀ ਹੋਣ ਵਾਸਤੇ, ਵੱਧ ਤੋਂ ਵੱਧ ਇਸੇ ਮਨ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਆਪਾਂ ਪੜ੍ਹ ਕੇ ਵਿਚਾਰਨਾ, ਖੋਜਣਾ ਅਤੇ ਵੱਧ ਤੋਂ ਵੱਧ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਦਿੱਤਾ ਆਪਾਂ ਨੂੰ ਮਹਾਂਪੁਰਖਾਂ ਨੇ, ਭਾਈ ਸੇਵਾ ਸਿੰਘ ਜੀ ਧਰਮਾਲਾ, ਵੀ ਆਪਾਂ ਸੁਖੀ ਹੋ ਸਕਦੇ ਹਾਂ ਜੇ ਆਪਾਂ ਗੁਰੂ ਦਾ ਬਚਨ ਮੰਨੀਏ, ਕਮਾਈਏ 'ਚ। ਅਖੀਰੀ ਫੈਸਲਾ ਜਿਹੜਾ ਮਾਲਕ ਨੇ ਆਪਾਂ ਨੂੰ ਇੰਨਾ ਅਖਤਿਆਰ ਦਿੱਤਾ ਹੈ ਵੀ ਸਾਡੇ ਮਨ ਦੇ ਉੱਤੇ ਹੀ ਛੱਡਿਆ ਹੋਇਆ ਹੈ। ਮਹਾਰਾਜ ਕਹਿੰਦੇ ਮੇਰੇ ਮਨ ਭੂਲੇ ਕਪਟ ਨਾ ਕੀਜੈ, ਅੰਤ ਨਵੇੜਾ ਤੇਰੇ ਜੀਪੇ ਲੀਜੈ। ਹੁਣ ਸਾਡੀ ਇੱਛਾ ਤੇ ਅਸੀਂ ਸੁਖੀ ਹੋਣਾ ਹੈ ਕਿ ਜਾਂ ਦੁਖੀ ਹੋਣਾ ਹੈ। ਦੋ ਕੱਪੜੇ ਮਨ ਵਾਸਤੇ, ਸੁੱਖ ਤੇ ਦੁੱਖ ਦੇ। ਜੋ ਸਾਡੀ ਇੱਛਾ ਉਹ ਅਸੀਂ ਪਾ ਲਈਏ। ਦੁੱਖ ਦਾ ਕੱਪੜਾ ਵਿਚਾਰਾਂ ਦਾ, ਤੇ ਸੁੱਖ ਦਾ ਕੱਪੜਾ ਮਾਲਕ ਦੀ ਸਿਫਤ ਦਾ, ਵਡਿਆਈ ਦਾ। ਇਹ ਹੁਣ ਆਪਣੀ ਮਨ ਦੀ ਇੱਛਾ ਤੇ ਹੈ ਵੀ ਕਿਹੜਾ ਪਾਉਣਾ ਹੈ। ਜਿਵੇਂ ਆਪਾਂ ਇਹ ਸਰੀਰ ਤੇ ਕੱਪੜਾ ਪਾਉਂਦੇ ਹਾਂ, ਆਪਣੀ ਇੱਛਾ ਤੇ ਆਪਾਂ ਕਿੱਦਾਂ ਦਾ ਪਾਉਣਾ, ਕਿਹੜਾ ਰੰਗ ਪਸੰਦ ਹੈ ਆਪਾਂ ਨੂੰ, ਕਿਹੜਾ ਕੱਪੜਾ ਪਸੰਦ ਹੈ। ਜਿੱਦਾਂ ਦੀ ਜੀਵ ਦੀ ਪਸੰਦ ਹੁੰਦੀ ਉਹ ਉੱਦਾਂ ਦਾ ਪਾ ਲੈਂਦਾ। ਇਸੇ ਤਰ੍ਹਾਂ ਹੀ ਹੁਣ ਇਹ ਸਾਡੀ ਮਨ ਦੀ ਪਸੰਦ ਤੇ। ਮਹਾਰਾਜ ਕਹਿੰਦੇ ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਵੀ ਇਹ ਦੁੱਖ ਤੇ ਸੁੱਖ ਦੋ ਕੱਪੜੇ, ਜੋ ਤੁਹਾਡੀ ਇੱਛਾ ਉਹ ਪਾ ਲਓ। ਤੇ ਆਪਾਂ ਨੂੰ ਫਿਰ ਦੱਸ ਦਿੱਤਾ ਵੀ ਸੁੱਖ ਦਾ ਕੱਪੜਾ ਪਾਓ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।